ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਪ੍ਰੋਗਰਾਮ ਹਾਜ਼ਰ ਜਵਾਬ ਤੇ ਮੈਂ ਵਰੁਣ ਕੌਰ ਮਾਨ ਤੇ ਮੈਂ ਹਾਂ ਸੁਰਭੀ ਸ਼ਰਮਾ। ਸੁਰਭੀ, ਆਪਾਂ ਅਕਸਰ ਦੇਖਦੇ ਆ ਨਾ ਕਿ ਬਹੁਤ ਜਣਿਆਂ ਦਾ ਸੁਪਨਾ ਹੁੰਦਾ ਜ਼ਿੰਦਗੀ ਦੇ ਵਿੱਚ, ਮੈਂ ਆਹ ਬਣਨਾ ਚਾਹੁੰਦਾ ਜਾਂ ਮੈਂ ਆਹ ਬਣਨਾ ਚਾਹੁੰਦੀ, ਹੈ ਨਾ। ਕਈ ਬੱਚੇ ਬਚਪਨ ਤੋਂ ਡਰੀਮ ਦੇਖਣਾ ਸ਼ੁਰੂ ਕਰ ਦਿੰਦੇ ਆ ਕਿ ਮੈਂ ਡਾਕਟਰ ਬਣਨਾ ਆ, ਮੈਂ ਇੰਜੀਨੀਅਰ ਬਣਨਾ, ਜਾਂ ਮੈਂ ਮਾਡਲਿੰਗ ਦੀ ਲਾਈਨ ਦੇ ਵਿੱਚ ਜਾਣਾ, ਹੈ ਨਾ। ਅਤੇ ਵੱਡੇ ਹੁੰਦਿਆਂ ਹੁੰਦਿਆਂ ਉਹਨਾਂ ਦੇ ਡਰੀਮ ਚੇਂਜ ਹੋ ਜਾਂਦੇ। ਉਹ ਕਹਿੰਦੇ ਸੀ ਬਣਨਾ ਤਾਂ ਸੋਚਿਆ ਸੀ, ਪਰ ਅਸੀਂ ਲਾਈਫ 'ਚ ਕੁਝ ਹੋਰ ਬਣ ਗਏ, ਹੈ ਨਾ। ਪਰ ਕਈ ਬੱਚੇ ਆ ਜਿਹੜੇ ਡਰੀਮ ਹੀ ਨਹੀਂ ਦੇਖਦੇ। ਤੇ ਕੁਝ ਬੱਚਿਆਂ ਦਾ ਸੁਪਨਾ ਜਿਵੇਂ ਤੁਸੀਂ ਕਿਹਾ ਕਿ ਬੱਚੇ ਡਰੀਮ ਨਹੀਂ ਦੇਖਦੇ, ਉਹਨਾਂ ਦੇ ਵਿੱਚ ਉਹੀ ਬੱਚੇ ਸ਼ਾਮਿਲ ਹੋ ਜਾਂਦੇ ਨੇ। ਅਕਸਰ ਮੈਂ ਕੁੜੀਆਂ ਨੂੰ ਸੁਣਿਆ ਕਹਿੰਦੇ ਕਿ ਪਲੱਸ 2 ਤੋਂ ਬਾਅਦ ਕੀ ਕਰਨਾ, ਅਸੀਂ ਤਾਂ ਜੀ ਵਿਆਹ ਹੀ ਕਰਨਾ ਹੈ। ਮਤਲਬ ਕਿ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸੋਚ ਆ ਉਹ ਇੱਥੋਂ ਤੱਕ ਹੀ ਲਿਮਿਟ ਹੋ ਜਾਂਦੀ ਹੈ ਕਿ ਸਾਡੇ ਘਰਦਿਆਂ ਨੇ ਕਿਹਾ, ਜਾਂ ਫਿਰ ਉਹਨਾਂ ਦੇ ਪਿੱਛੇ ਹੁੰਦਾ ਕਿ ਕਈ ਵਾਰ ਘਰ ਦਾ ਮਾਹੌਲ ਇਹੋ ਜਿਹਾ ਹੁੰਦਾ ਕਿ ਪੇਰੈਂਟਸ ਹੀ ਕਹਿ ਦਿੰਦੇ ਆ ਤੁਸੀਂ ਇੰਨਾ ਪੜ੍ਹ ਲਿਖ ਕੇ ਵੀ ਕੀ ਕਰਨਾ, ਤੁਹਾਡਾ ਤਾਂ ਵਿਆਹ ਹੀ ਕਰ ਦੇਣਾ। ਤੇ ਉਹੀ ਸੋਚ ਜਿਹੜੀ ਹੈ ਉਹ ਕੁੜੀਆਂ ਦੇ ਅੰਦਰ ਵੀ ਆ ਜਾਂਦੀ ਹੈ ਕਿ ਆਪਾਂ ਵੀ ਕੀ ਕਰਨਾ ਫਿਰ ਪੜ੍ਹ ਲਿਖ ਕੇ, ਉਸ ਤੋਂ ਬਾਅਦ ਅਸੀਂ ਵਿਆਹ ਕਰਨਾ। ਚਾਹੇ ਉਹ ਕੁੜੀਆਂ ਜਿਹੜੀਆਂ ਕਿਸੇ ਚੀਜ਼ ਦੇ ਵਿੱਚ ਕਾਬਿਲ ਹੋਣ। ਕਈ ਵਾਰ ਇੰਝ ਜਿਹੜੀ ਕੁੜੀਆਂ ਘਰ ਬੈਠੀਆਂ ਹੁੰਦੀਆਂ ਬਹੁਤ ਸੋਹਣੀ ਸਿਖਲਾਈ ਕਰਦੀਆਂ ਹੁੰਦੀਆਂ, ਬਹੁਤ ਸੋਹਣੀ ਕਹਿ ਲਈਏ ਡਰਾਇੰਗ ਹੋ ਗਿਆ, ਆਰਟ ਹੋ ਗਿਆ, ਕਿਸੇ ਨਾ ਕਿਸੇ ਚੀਜ਼ ਵਿੱਚ ਮਾਹਿਰ ਵੀ ਹੁੰਦੀਆਂ ਨੇ। ਇੱਥੇ ਤੱਕ ਕਿ ਕਈ ਸਿੰਗਿੰਗ ਬਹੁਤ ਵਧੀਆ ਕਰਦੀਆਂ ਨੇ, ਕਈ ਵੀਡੀਓਜ਼ ਹੀ ਆਪਾਂ ਦੇਖਦੇ ਹਾਂ। ਬਟ ਫਿਰ ਵੀ ਉਹ ਕਿਤੇ ਨਾ ਕਿਤੇ ਇੱਕ ਘਰ ਦੇ ਮਾਹੌਲ ਕਰਕੇ ਕਹਿ ਲਵਾਂ, ਜਾਂ ਫਿਰ ਪਿੱਛੋਂ ਮਤਲਬ ਆਪਣੀ ਸੋਚ ਨਹੀਂ ਅੱਗੇ ਆਉਣ ਦਿੰਦੀਆਂ ਕਿ ਜਿਵੇਂ ਕਿ ਸਾਡੇ ਪਿੱਛੇ ਕਹਿ ਤਾ, ਜਾਂ ਫਿਰ ਸਾਡਾ ਆਹੀ ਮਕਸਦ ਹੈ, ਬਸ ਆਹੀ ਏਮ ਹੈ ਤੇ ਆਹੀ ਗੋਲ ਹੈ, ਤੇ ਉਸ ਗੋਲ ਤੱਕ ਹੀ ਸੀਮਿਤ ਰਹਿੰਦੀਆਂ ਨੇ। ਮੈਂ ਬਹੁਤ ਸਾਰੀਆਂ ਇੱਦਾਂ ਦੀਆਂ ਲੜਕੀਆਂ ਨੂੰ ਜਾਣਦੀ ਹਾਂ ਜਿਹੜੀਆਂ ਪੜ੍ਹਾਈ ਦੇ ਵਿੱਚ ਆਪਣੀ ਜ਼ਿੰਦਗੀ 'ਚ ਟੌਪਰ ਰਹੀਆਂ, ਪਰ ਉਹਨਾਂ ਦੇ ਮਾਂ-ਬਾਪ ਨੇ ਉਹਨਾਂ ਨੂੰ ਜੋਬ ਨਹੀਂ ਕਰਨ ਦਿੱਤੀ, ਕਿਉਂਕਿ ਇਹ ਸੀਗਾ ਕਿ ਬਸ ਵਿਆਹ ਹੀ ਕਰ ਦੇਣਾ ਤੁਹਾਡਾ, ਹੈ ਨਾ। ਕਈ ਬੱਚਿਆਂ ਦੇ ਮਨ 'ਚ ਇੱਛਾ ਹੁੰਦੀ ਹੈ ਕਿ ਉਹ ਪੜ੍ਹ ਲਿਖ ਕੇ ਕੁਝ ਬਣਨ, ਪਰ ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਮਜਬੂਰ ਕਰਦੇ ਨੇ ਕਿ ਪੜ੍ਹਾ ਤੁਹਾਨੂੰ ਦੇਵਾਂਗੇ, ਤੁਹਾਡੀ ਨੌਕਰੀ ਜਿਹੜੀ ਹੈ ਉਹ ਤੁਹਾਡੇ ਸਹੁਰਿਆਂ 'ਤੇ ਡਿਪੈਂਡ ਕਰਦੀ ਹੈ ਕਿ ਤੁਹਾਡੇ ਸਹੁਰਿਆਂ ਨੇ ਤੁਹਾਨੂੰ ਨੌਕਰੀ ਕਰਾਉਣੀ ਹੋਈ ਤਾਂ ਠੀਕ ਹੈ। ਫਿਰ ਤੁਸੀਂ ਬੱਚੇ ਨੂੰ ਇੰਨਾ ਪੜ੍ਹਾ ਲਿਖਾ ਕੇ ਇੱਕਦਮ ਇਸ ਨਰਕ 'ਚ ਸਿੱਟ ਰਹੇ ਹੋ ਜਿੱਥੇ ਉਹ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਲੈ ਸਕਦਾ। ਇਹੋ ਜਿਹੀ ਜ਼ਿੰਦਗੀ ਦੇ ਬਿਨਾਂ ਵੀ ਕੀ ਖੜਾ ਹੈ ਨਾ। ਔਰ ਬਹੁਤ ਸਾਰੀਆਂ ਲੜਕੀਆਂ ਨੂੰ ਮੈਂ ਇੱਦਾਂ ਦੀਆਂ ਨੂੰ ਮਿਲੀ ਜਿਨ੍ਹਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਹੁਣ ਤੁਸੀਂ ਗ੍ਰੈਜੂਏਸ਼ਨ ਕਰ ਲਈ, ਹੁਣ ਗਾਂ ਕੀ ਕਰਨਾ ਕੀ ਹੈ ਮੈਡਮ ਜੀ, ਵਿਆਹ ਕਰ ਹੀ ਦੇਣਾ ਘਰਦਿਆਂ ਨੇ, ਹੈ ਨਾ। ਤੁਸੀਂ ਹੁਣ ਮਾਸਟਰਸ ਕਰ ਲਈ, ਕਰਨਾ ਕੀ ਹੈ, ਕੁਛ ਨਹੀਂ ਕਰਨਾ ਜੀ, ਬਾਹਰ ਚਲ ਜਾਣਾ, ਬਾਹਰ ਜਾ ਕੇ ਦੇਖਾਂਗੇ, ਬਾਹਰ ਹੀ ਵਿਆਹ ਕਰਨਾ ਘਰਦਿਆਂ ਨੇ। ਜੇ ਤੁਸੀਂ ਬਾਹਰ ਜਾ ਰਹੇ ਹੋ ਕਿ ਬਾਹਰ ਜਾਣ ਦਾ ਕਿਸੇ ਵੀ ਫੋਰਨ ਕੰਟਰੀ 'ਚ ਕੇਵਲ ਇਹ ਮਤਲਬ ਹੁੰਦਾ ਹੈ ਕਿ ਉੱਥੇ ਗਏ ਦਰਖਤਾਂ ਨੂੰ ਪੈਸੇ ਲੱਗੇ, ਤੋੜ ਕੇ ਤੁਸੀਂ ਖਾਣਾ ਸ਼ੁਰੂ ਕਰ ਦਿੱਤਾ। ਆਖਿਰ ਬਾਹਰ ਜਾ ਕੇ ਵੀ ਤੁਸੀਂ ਆਪਣੇ ਕਿਸੇ ਡਰੀਮ ਨੂੰ ਪੂਰਾ ਕਰਨਾ ਚਾਹੁੰਦੇ ਹੋ, ਉੱਥੇ ਜਾ ਕੇ ਵੀ ਤੁਹਾਨੂੰ ਕੰਮ ਕਰਨਾ ਪਏਗਾ, ਉੱਥੇ ਜਾ ਕੇ ਵੀ ਮਿਹਨਤ ਕਰਨੀ ਪਏਗੀ। ਡਰੀਮ ਬਾਹਰ ਦਾ ਦੇਖਣਾ ਇਹ ਵੱਖਰੀ ਚੀਜ਼ ਹੈ, ਪਰ ਬਾਹਰ ਜਾ ਕੇ ਕੁਝ ਤਾਂ ਕਰੋਗੇ ਹੀ ਨਾ। ਉਹੀ ਗੱਲ ਤੋਂ ਮੈਂ ਤੁਹਾਡੀ ਸਹਿਮਤ ਹਾਂ ਕਿ ਬਿਲਕੁਲ ਸਹੀ ਹੈ ਕਿ ਅੱਜ ਕੱਲ੍ਹ ਇਹ ਵੀ ਟ੍ਰੈਂਡ ਬਣ ਗਿਆ ਕਿ ਕਿੱਥੇ ਜਾਣਾ, ਜਿੱਦਾਂ ਹਰ ਕੰਟਰੀ ਦਾ ਕਹਿ ਹੀ ਦਿੰਦੇ ਨੇ ਸਾਰੇ ਕਿ ਆਪਾਂ ਇੱਧਰ ਜਾਣਾ ਉੱਧਰ ਜਾਣਾ, ਉਸਨੂੰ ਅਸੀਂ ਡਰੀਮ ਹੀ ਬਣਾ ਲਿਆ ਬਾਹਰ ਜਾਣ ਨੂੰ, ਹੈ ਨਾ। ਮੀਨਸ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਬਾਹਰ ਜਾਣਾ ਇੱਕ ਡਰੀਮ ਹੈ, ਬਟ ਉੱਥੇ ਜਾ ਕੇ ਕਰਨਾ ਕੀ ਇਹ ਤੁਸੀਂ ਸੋਚਿਆ ਹੀ ਨਹੀਂ ਕਿ ਤੁਹਾਡਾ ਡਰੀਮ ਵੀ ਕਿਸ ਚੀਜ਼ ਦਾ ਹੋਇਆ ਹੋ, ਜੇ ਤੁਸੀਂ ਸ਼ੁਰੂ ਤੋਂ ਆਈ ਚੀਜ਼ ਸੋਚ ਰਹੇ ਹੋ। ਪਰ ਫਿਰ ਵੀ ਮੈਨੂੰ ਲੱਗਦਾ ਕਿ ਸਾਡੇ ਕੋਲ ਦੋ ਆਪਸ਼ਨਸ ਹਮੇਸ਼ਾ ਹੋਣੀਆਂ ਚਾਹੀਦੀਆਂ। ਅਗਰ ਤੁਸੀਂ ਬਾਹਰ ਜਾ ਕੇ ਕੁਝ ਕਰਨਾ ਚਾਹੁੰਦੇ ਹੋ, ਉਹ ਤਾਂ ਚਲੋ ਆਪਣਾ ਪਰਮਾਤਮਾ ਵੱਲੋਂ ਕਹਿ ਲਓ ਆਪਣੀ ਮਿਹਨਤ ਹੁੰਦੀ ਹੈ ਕਿ ਅਸੀਂ ਚਲੇ ਜਾਂਦੇ ਹਾਂ ਕਿਤੇ ਨਾ ਕਿਤੇ। ਅਗਰ ਆਪਾਂ ਇੰਡੀਆ ਦੇ ਵਿੱਚ ਵੀ ਹੋ ਫਿਰ ਵੀ ਸਾਨੂੰ ਕੋਈ ਨਾ ਕੋਈ ਇੱਦਾਂ ਦੀ ਆਪਸ਼ਨ ਰੱਖਣੀ ਚਾਹੀਦੀ ਹੈ ਜੋ ਸਾਡੇ ਸੁਪਨੇ ਨੂੰ, ਡਰੀਮ ਨੂੰ ਪੂਰਾ ਕਰ ਸਕੇ। ਬੱਚੇ ਫਿਲਹਾਲ ਮੈਨੂੰ ਲੱਗਦਾ ਨਹੀਂ ਕਿ ਅਗਲਾ ਸੋਚਦੇ ਨੇ ਕਿ ਇੰਡੀਆ ਬਾਰੇ ਕੁਝ ਸੋਚਦੇ ਆ ਕਿ ਅਗਰ ਬਾਈ ਚਾਂਸ ਆਪਾਂ ਇੰਡੀਆ ਦੇ ਵਿੱਚ ਰਹਿ ਗਏ ਤਾਂ ਅਸੀਂ ਕੀ ਕੁਝ ਕਰ ਸਕਦੇ ਹਾਂ। ਤੇ ਆਪਣੇ ਸਕੂਲ ਦੀ ਗੱਲ ਕਰੀਏ ਤੇ ਸਕੂਲ ਦੇ ਵਿੱਚ ਹੀ ਆਪਾਂ ਛੋਟੇ ਹੁੰਦੇ ਤੋਂ ਹੀ ਸੁਪਨੇ ਦੇਖਣੇ ਸ਼ੁਰੂ ਕਰ ਦਿੰਦੇ ਹਾਂ। ਬਿਲਕੁਲ। ਪਰ ਵਕਤ ਦੇ ਨਾਲ ਨਾਲ ਤੁਹਾਨੂੰ ਨਹੀਂ ਲੱਗਦਾ ਸੁਪਨੇ ਬਦਲ ਜਾਂਦੇ ਆ? ਹਾਂ ਬਿਲਕੁਲ। ਟੀਚਰ ਨੂੰ ਦੇਖੀਏ ਆਪਾਂ ਟੀਚਰ ਬਣਨਾ ਹੈ, ਬਿਲਕੁਲ। ਥੋੜੇ ਸਮੇਂ ਦੇ ਬਾਅਦ ਆਪਾਂ ਕਹਿੰਦੇ ਨਹੀਂ ਜਾਂ ਸਾਡੇ ਕਜ਼ਨ ਜਾਂ ਫਿਰ ਕੋਈ ਹੋਰ ਬਿਲਕੁਲ। ਬੱਚਾ ਹਰੇਕ ਕਲਾਸ 'ਚ ਸੁਪਨੇ ਬਦਲਦਾ। ਔਰ ਪਰ ਅੱਛੀ ਗੱਲ ਹੈ, ਸੁਪਨੇ ਦੇਖਣਾ ਬੱਚਿਆਂ ਦਾ ਹੱਕ ਆ। ਹੁਣ ਜਿਹੜੇ ਸੋਚਦੇ ਹੀ ਨਹੀਂ ਅਸੀਂ ਲਾਈਫ 'ਚ ਕੀ ਬਣਨਾ, ਉਹ ਨਿਰਾਸ਼ਾਵਾਦੀ ਜਿਹੇ ਬੱਚੇ ਚੰਗੇ ਹੀ ਨਹੀਂ ਲੱਗਦੇ, ਹੈ ਨਾ। ਕਿਉਂਕਿ ਮਤਲਬ ਗੁਰੂ ਸਾਹਿਬਾਨਾਂ ਨੇ ਵੀ ਕਿਹਾ, ਹੈ ਨਾ, ਸਾਡੇ ਜਿੰਨੇ ਵੀ ਧਾਰਮਿਕ ਗੁਰੂ ਹੋਏ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ ਕਿ ਰੱਬ ਵੀ ਉਹਦੀ ਮਦਦ ਕਰਦਾ ਆ ਜਿਹੜਾ ਆਪਣੀ ਮਦਦ ਆਪ ਕਰਦਾ ਆ, ਹੈ ਨਾ। ਜੇ ਹੁਣ ਬੁਰਕੀ ਪਈ ਆ ਉਹ ਆਪਣੇ ਆਪ ਮੂੰਹ 'ਚ ਨਹੀਂ ਜਾ ਸਕਦੀ, ਉਹਨੂੰ ਤੋੜ ਕੇ ਮੂੰਹ 'ਚ ਪਾਵਾਂਗੇ ਤਾਂ ਹੀ ਆਪਣੇ ਮੂੰਹ 'ਚ ਆਊਗੀ। ਸੋ ਬੱਚਾ ਕਲਾਸ ਟੂ ਕਲਾਸ ਸੁਪਨੇ ਬਦਲਦਾ ਰਹਿੰਦਾ, ਪਰ ਚੰਗੀ ਗੱਲ ਹੈ ਸੁਪਨੇ ਦੇਖਦਾ। ਅੱਗੇ ਹੁੰਦਾ ਸੀ ਸੁਪਨੇ ਵੀ ਲਿਮਿਟਿਡ ਹੁੰਦੇ ਸੀ ਬੱਚਿਆਂ ਦੇ, ਉਹਨੂੰ ਘਰ ਦੇ ਵੀ ਇਹੀ ਹੱਕ ਦਿੰਦੇ ਸੀ ਕਿ ਡਾਕਟਰ, ਇੰਜੀਨੀਅਰ ਜਾਂ ਕੋਈ ਆਫਿਸਰ। ਹੁਣ ਬਹੁਤ ਸਾਰੇ ਹੱਲੇ ਵੀ ਕਈ ਚਲੋ ਫੈਮਲੀਜ਼ ਹੈਗੀਆਂ ਜਿਨ੍ਹਾਂ ਦੀਆਂ ਸੋਚਾਂ ਨਹੀਂ ਬਦਲੀਆਂ, ਉਹ ਹੱਲੇ ਵੀ ਬੱਚਿਆਂ ਨੂੰ ਸੀਮਿਤ ਰੱਖਣਾ ਚਾਹੁੰਦੇ ਆ। ਪਰ ਬਹੁਤ ਸਾਰੀਆਂ ਫੈਮਲੀ 'ਚ ਬਦਲਾਅ ਆਇਆ ਜਿਹੜੇ ਆਪਣੇ ਬੱਚਿਆਂ ਨੂੰ ਖੁੱਲ੍ਹੇ ਡਰੀਮ ਦੇਖਣ ਦੀ ਆਗਿਆ ਦਿੰਦੇ ਨੇ, ਜਿਹਦੇ ਵਿੱਚ ਉਹ ਫਿਲਮਾਂ 'ਚ ਜਾਣ ਦਾ ਸੁਪਨਾ ਲੈ ਸਕਦੇ ਨੇ, ਚੰਗਾ ਗਾਇਕ ਬਣਨ ਦਾ ਸੁਪਨਾ ਲੈ ਸਕਦੇ ਨੇ, ਚੰਗਾ ਅਦਾਕਾਰ ਬਣਨ ਦਾ ਸੁਪਨਾ ਲੈਂਦੇ ਆ ਬੱਚੇ। ਅਦਾਕਾਰ ਤੋਂ ਗੱਲ ਕਰਦੇ ਹਾਂ ਕਿ
ਕਾਫੀ ਜਿਹੜੇ ਪੇਰੈਂਟਸ ਹੈ ਅਜੇ ਵੀ ਆ ਸੋਚਦੇ ਆ ਕਿ ਕੁੜੀਆਂ ਇਸ ਲਾਈਨ 'ਚ ਨਾ ਜਾਣ, ਖਾਸ ਕਰ ਮੀਡੀਆ ਲਾਈਨ ਦੇ ਵਿੱਚ ਵੀ ਕਾਫੀ ਨੂੰ ਫਿਲਹਾਲ ਮੀਡੀਆ ਲਾਈਨ ਦੇ ਵਿੱਚ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਅੱਜ ਕਾਫੀ ਨਾਮ ਕਰ ਰਹੀਆਂ, ਅੱਗੇ ਚਲੇ ਗਈਆਂ। ਆਪਾਂ ਵੱਡੇ ਵੱਡੇ ਨੈਸ਼ਨਲ ਚਾਹੇ ਇੰਟਰਨੈਸ਼ਨਲ ਟੀਵੀ ਤੇ ਦੇਖ ਲਈਏ, ਹਰ ਪਾਸੇ ਲੜਕੀਆਂ ਦਾ ਬੋਲਬਾਲਾ ਹੈ। ਫਿਰ ਵੀ ਕਿਤੇ ਨਾ ਕਿਤੇ ਪੇਰੈਂਟਸ ਅੱਜ ਕੱਲ੍ਹ ਮੈਨੂੰ ਲੱਗਦਾ ਡਰ ਜਾਂਦੇ ਆ ਮੀਡੀਆ ਦੇ ਵਿੱਚ। ਕਈ ਵਾਰ ਕੁਝ ਇਦਾਂ ਦੀ ਖਬਰਾਂ ਵੀ ਆ ਜਾਂਦੀਆਂ ਨੇ ਜਿਸ ਕਰਕੇ ਪੇਰੈਂਟਸ ਸੋਚਦੇ ਨਹੀਂ ਇਸ ਲਾਈਨ 'ਚ ਨਹੀਂ ਜਾਣਾ। ਤੇ ਮੈਂ ਆਪਣੇ ਨਾਲ ਰਿਲੇਟ ਕਰਾਂ ਤੇ ਕੁਝ ਵੀ ਆ, ਮੇਰੇ ਫਾਦਰ ਮੀਡੀਆ ਲਾਈਨ ਨੂੰ ਪਸੰਦ ਨਹੀਂ ਕਰਦੇ ਇੱਕ ਹਿਸਾਬ ਦਾ, ਹਨਾ। ਤੇ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਵਜ੍ਹਾ ਪੁੱਛੀ ਜਾਂਦੀ ਹੈ ਨਾ, ਉਹ ਕਹਿੰਦੇ ਕਿ ਮੈਂ ਇਸ ਲਾਈਨ ਦੇ ਵਿੱਚ ਹੋ ਕੇ ਆਇਆ ਤੇ ਮੈਨੂੰ ਇਸ ਬਾਰੇ ਪਤਾ ਹੈ ਜੀ। ਕਿਤੇ ਨਾ ਕਿਤੇ ਉਹ ਸਹੀ ਵੀ ਹੁੰਦੇ ਨੇ, ਬਟ ਇਸ ਚੀਜ਼ ਕਰਕੇ ਕਈ ਇਹੋ ਜਿਹੀਆਂ ਖਬਰਾਂ ਕਰਕੇ ਕਹਿ ਦਈਏ ਜਾਂ ਫਿਰ ਕੁਝ ਘਟਨਾ ਜਿਹੜੀ ਵਾਪਰਦੀਆਂ ਉਹਦੇ ਵਿੱਚ, ਉਹਦੇ ਕਰਕੇ ਕਾਫੀ ਜਿਹੜੀ ਲੜਕੀਆਂ ਦੇ ਡ੍ਰੀਮ ਜਿਹੜੇ ਆ ਰਹਿ ਜਾਂਦੇ ਤੇ ਇਸ ਨਾਲ ਫਿਰ ਉਹਨਾਂ ਨੂੰ ਆਪਣੀ ਜਿਹੜੀ ਲਾਈਨ ਚੇਂਜ ਕਰਨੀ ਪੈਂਦੀ ਹੈ, ਕੁਝ ਨਹੀਂ ਜਾ ਪਾਉਂਦੀਆਂ ਇਸ ਵਜ੍ਹਾ ਕਰਕੇ। ਲਾਈਨ ਤਾਂ ਦੇਖੋ ਹਰ ਉਹ ਬੁਰੀ ਹੈ ਜਿਸ ਦੇ ਵਿੱਚ ਕੋਈ ਮਾੜੀ ਚੀਜ਼ ਹੁੰਦੀ ਹੈ, ਲਾਈਨ ਉਹ ਹਰ ਚੰਗੀ ਹੈ ਜਿਸ ਦੇ ਵਿੱਚ ਤੁਹਾਡੇ ਨਾਲ ਚੰਗਾ ਹੁੰਦਾ ਹੈ, ਹਨਾ। ਤੁਸੀਂ ਕਿਸ ਲਾਈਨ ਨੂੰ ਸੁਰੱਖਿਅਤ ਕਹਿ ਸਕਦੇ ਹੋ? ਹੁਣ ਦੇਖ ਲਓ ਅੱਜ ਕੱਲ੍ਹ ਕਲੀ ਜੋਟਾ ਫਿਲਮ ਕਿੰਨੀ ਮਕਬੂਲ ਹੋ ਰਹੀ ਹੈ। ਟੀਚਿੰਗ ਲਾਈਨ ਨੂੰ ਸਭ ਤੋਂ ਵੱਧ ਸੇਫ ਮੰਨਿਆ ਜਾਂਦਾ ਲੜਕੀਆਂ ਦੇ ਲਈ, ਔਰ ਟੀਚਿੰਗ ਲਾਈਨ ਦੇ ਵਿੱਚ ਕਿੰਨਾ ਦਰਦ ਲੜਕੀਆਂ ਨੇ ਹੰਡਾਇਆ, ਉਹ ਕਿੰਨਾ ਬਾਖੂਬੀ ਉਸ ਦੇ ਵਿੱਚ ਦਿਖਾਇਆ ਜਾ ਰਿਹਾ। ਹਰ ਲਾਈਨ ਦੇ ਵਿੱਚ ਔਰਤ ਨੂੰ ਟਾਈਮ ਟੂ ਟਾਈਮ ਦਿੱਕਤ ਆਉਂਦੀ ਰਹੀ ਹੈ। ਇਹ ਹੈ ਕਿ ਅਸੀਂ ਆਪਣੀ ਕਨਵੀਨੀਅੰਟ ਦੇ ਹਿਸਾਬ ਦੇ ਨਾਲ ਕੁਝ ਲਾਈਨਸ ਨੂੰ ਵਧੀਆ ਕਹਿਣਾ ਸ਼ੁਰੂ ਕਰ ਦਿੱਤਾ, ਕੁਝ ਲਾਈਨਾਂ ਨੂੰ ਕੁੜੀਆਂ ਦੇ ਸੁਪਨਿਆਂ ਦੇ ਲਈ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ। ਨਾਚ ਤੇ ਗੱਲ ਕਰ ਲਈ, ਨਾਚ ਨੂੰ ਵੀ ਕਹਿ ਦਿੰਦੇ ਆ, ਪਹਿਲੇ ਟਾਈਮ ਤੇ ਕਹਿ ਦਿੰਦੇ ਸੀ ਆ ਕਿਹੜਾ ਨਾਚ, ਮਤਲਬ ਸਿਰਫ ਨਾਚ ਨੂੰ ਸਟੇਜਾਂ ਤੱਕ ਸੀਮਿਤ ਸਮਝਿਆ ਜਾਂਦਾ ਸੀ, ਜਿਹੜੇ ਸਟੇਜ ਤੇ ਨੱਚਣ ਵਾਲੇ ਨਾਚ ਕਰਦੇ ਆ ਉਹ ਬੁਰੇ ਆ ਕਿਸੇ ਹਿਸਾਬ ਨਾਲ, ਬਟ ਉਹ ਵੀ ਇੱਕ ਇਨਸਾਨ ਨੇ, ਉਹਨਾਂ ਦੇ ਅੰਦਰ ਵੀ ਜਜ਼ਬਾਤ ਨੇ, ਕਿੰਨੇ ਮਤਲਬ ਪਿਆਰ ਨਾਲ ਸਾਨੂੰ ਪੇਸ਼ ਆਉਂਦੇ। ਕਿਤੇ ਨਾ ਕਿਤੇ ਵਿਚਾਰੇ ਦੀ ਮਜਬੂਰੀਆਂ ਨੇ ਜਿਹੜੀਆਂ ਉਹਨਾਂ ਨੂੰ ਇੱਥੇ ਰੱਜ ਲਿਆ। ਬਹੁਤ ਸਾਰੇ ਲੋਕ ਸ਼ੌਕ ਨਾਲ ਕਰਦੇ ਨੇ, ਕਿੰਨਾ ਨਾਮ ਕਮਾ ਰਹੇ ਨੇ। ਔਰ ਅੱਜ ਦੀ ਤਰੀਕ 'ਚ ਤੁਸੀਂ ਦੇਖੋ ਬਾਲੀਵੁੱਡ ਦੇ ਵਿੱਚ, ਹਾਲੀਵੁੱਡ ਦੇ ਵਿੱਚ ਜਿਹੜੇ ਡਾਂਸ ਕੋਰੀਓਗ੍ਰਾਫਰ ਆ ਉਹਨਾਂ ਦੀ ਕਿੰਨੀ ਮਤਲਬ ਕਿ ਸਕੇਲ ਉਹਨਾਂ ਨੂੰ ਮਿਲਦਾ, ਕਿੰਨੀ ਪੇ ਉਹਨਾਂ ਨੂੰ ਮਿਲਦੀ ਆ ਉਹਨਾਂ ਦੇ ਟੈਲੈਂਟ ਕਰਕੇ, ਹਨਾ। ਟੈਲੈਂਟ ਹਰ ਕਿਸੇ ਦੇ ਅੰਦਰ ਹੁੰਦਾ, ਬਹੁਤ ਸਾਰੇ ਲੋਕਾਂ ਦੇ ਟੈਲੈਂਟ ਨੂੰ ਮੁਕਾਮ ਮਿਲ ਜਾਂਦੀ, ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਟੈਲੈਂਟ ਨੂੰ ਮੁਕਾਮ ਨਹੀਂ ਮਿਲਦੀ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਸੁਪਨੇ ਪੂਰੇ ਹੋ ਜਾਂਦੇ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਸੁਪਨੇ ਰਾਹ ਦੇ ਵਿੱਚ ਅਕਸਰ ਰਹਿ ਜਾਂਦੇ ਆ। ਪਰ ਗੱਲ ਇੱਥੇ ਇਹ ਆਉਂਦੀ ਹੈ, ਸੁਪਨੇ ਦੇਖਣੇ ਜ਼ਰੂਰੀ ਨੇ ਹਮੇਸ਼ਾ। ਮੈਨੂੰ ਲੱਗਦਾ ਹਰ ਕਿਸੇ ਨੇ ਇਹ ਸ਼ੇਅਰ ਸੁਣਿਆ ਹੋਣਾ, ਕੌਣ ਹੈ ਜਿਹਨੂੰ ਇਸ ਸ਼ੇਅਰ ਬਾਰੇ ਨਹੀਂ ਪਤਾ? ਮੈਨੂੰ ਮੋਰਲੀਆਂ ਲਾਈਨਾਂ ਭੁੱਲ ਗਈਆਂ ਨੇ, ਪੰਖੋਂ ਸੇ ਕੁਛ ਨਹੀਂ ਹੋਤਾ ਹੌਸਲੋਂ ਸੇ ਉਡਾਨ ਹੋਤੀ ਹੈ। ਹੌਸਲਾ ਹੋਣਾ ਚਾਹੀਦਾ ਇਨਸਾਨ ਦੇ ਅੰਦਰ, ਉਹੀ ਨਾ ਕਿ ਹੌਸਲਾ ਹੋਣਾ ਚਾਹੀਦਾ, ਉਡਾਨ। ਕਈ ਲੋਕ ਕਹਿ ਲਈਏ ਕਿ ਸੁਪਨਾ ਦੇਖ ਲੈਂਦੇ ਨੇ ਜਸਟ ਹਵਾ ਦੇ ਵਿੱਚ, ਜਿਹਨੂੰ ਕਹਿੰਦੇ ਹਵਾਈ ਕਿਲੇ ਬਣਾਉਣਾ, ਹਨਾ। ਸੋ ਹਵਾਈ ਕਿਲੇ ਨਾ ਬਣਾਓ, ਉਸਨੂੰ ਦੇਖੋ ਵੀ। ਕਹਿੰਦੇ ਸੁਪਨਾ ਵੀ ਉਹੀ ਹੁੰਦਾ ਹੈ ਜਿਹੜਾ ਨੀਂਦ ਨਾ ਆਉਂਦਾ ਵੇ, ਉਹ ਸੁਪਨਾ ਵੀ ਕਾਹਦਾ ਜਿਸ 'ਚ ਤੁਹਾਨੂੰ ਨੀਂਦ ਵੀ ਬਹੁਤ ਗੂੜੀ ਆਵੇ। ਤੇ ਕੋਈ ਵੀ ਸੁਪਨਾ ਜਾਂ ਫਿਰ ਕੋਈ ਵੀ ਚੀਜ਼ ਕਹੀਏ ਇੰਪੋਸੀਬਲ ਨਹੀਂ ਹੈ ਦੁਨੀਆ ਦੇ ਵਿੱਚ, ਹਰ ਚੀਜ਼ ਪੋਸੀਬਲ ਹੈ ਜੋ 'ਚ ਮਿਹਨਤ ਹੋਵੇ। ਅੱਜ ਅਸੀਂ ਕਾਫੀ ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਜੋ ਨਾਲ ਪੜ੍ਹਾਈ ਵੀ ਕਰ ਰਹੇ, ਕਿਤੇ ਨਾ ਕਿਤੇ ਬਾਹਰ ਰੇੜੀਆਂ ਵੀ ਲਗਾ ਰਹੇ ਨੇ, ਕਈਆਂ ਨੇ ਤਾਂ ਆਪਣੇ ਆਊਟਲੈਟ ਤਿਆਰ ਕਰ ਦਿੱਤੇ ਨੇ ਅਲੱਗ-ਅਲੱਗ। ਮਤਲਬ ਹਰ ਸ਼ਹਿਰ ਦੇ ਵਿੱਚ ਕਾਫੀ ਐਗਜ਼ਾਮਪਲ ਸਾਨੂੰ ਦੇਖਣ ਨੂੰ ਮਿਲਦੀਆਂ ਕਿ ਜਿਹੜੇ ਕਹਿੰਦੇ ਕਿ ਸਾਡੇ ਸੁਪਨਾ ਪੂਰਾ ਨਹੀਂ ਹੋਇਆ ਜਾਂ ਆਪਾਂ ਕੁਝ ਬਣਨਾ ਚਾਹੁੰਦੇ ਸੀ, ਲੇਕਿਨ ਅਸੀਂ ਸਿਰਫ ਉੱਥੇ ਤੱਕ ਸੀਮਿਤ ਸੀ। ਕਈ ਰੇੜੀਆਂ ਵਾਲਿਆਂ ਨੇ ਡਿਗਰੀਆਂ ਟੰਗੀਆਂ ਹੁੰਦੀਆਂ ਆਪਣੀਆਂ, ਬਿਲਕੁਲ। ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਰੇੜੀ ਨੂੰ ਲਗਾਉਣ ਲਈ ਮਜਬੂਰ ਹੋ ਜਾਂਦੇ ਨੇ, ਬਟ ਉਹਨਾਂ ਦੇ ਵਿੱਚ ਹੌਸਲਾ ਉਹੀ ਹੈ ਕਿਉਂਕਿ ਉਹਨਾਂ ਨੇ ਹਿੰਮਤ ਨਹੀਂ ਹਾਰੀ। ਕਹਿੰਦੇ ਅਗਰ ਆਪਾਂ ਆ ਨਹੀਂ ਕਰ ਸਕੇ ਤਾਂ ਅਸੀਂ ਆਹੀ ਕਰਕੇ ਨਾਮ ਕਮਾ ਲੈਂਦੇ ਆ। ਕਈ ਬੱਚੇ ਇਹੋ ਜਿਹੇ ਹੁੰਦੇ ਜੋ ਆਪਣੀ ਪੇਰੈਂਟਸ ਦੀ ਫੀਸ ਨਹੀਂ ਭਰ ਸਕਦੇ, ਫਾਈਨੈਂਸ਼ੀਅਲੀ ਕਮਜ਼ੋਰ ਹੁੰਦੇ ਆ, ਉਹ ਬੱਚੇ ਦੀ ਮਿਹਨਤ ਜੋ ਦਿਨ ਰਾਤ ਕੰਮ ਕਰਕੇ ਇਕੱਠੇ ਕਰਦੇ ਨੇ, ਆਪਣੀ ਪੜ੍ਹਾਈ ਦਾ ਕਰਦੇ ਨੇ, ਕਿਉਂਕਿ ਉਹਨਾਂ ਨੂੰ ਚੰਗੀ ਤਰੀਕੇ ਨਾਲ ਪਤਾ ਹੈ ਕਿ ਜੇ ਮੈਂ ਅੱਜ ਪੜ੍ਹ ਗਿਆ ਨਾ ਤੇ ਮੇਰੀ ਆਉਣ ਵਾਲੀ ਪੀੜ੍ਹੀ ਉਹ ਦਿਨ ਨਹੀਂ ਦੇਖੇਗੀ। ਉਹ ਬੱਚੇ ਇਹ ਚੀਜ਼ ਸੋਚਦੇ ਨੇ, ਜਿਹੜੇ ਸੋਚਦੇ ਨੇ ਕਿ ਨਹੀਂ ਕੋਈ ਗੱਲ ਨਹੀਂ, ਸਾਡੇ ਪੇਰੈਂਟਸ ਕੋਲ ਬਹੁਤ ਪੈਸਾ, ਕੋਈ ਚੱਕਰ ਨਹੀਂ ਹੈ, ਕੁਝ ਵੀ ਅਸੀਂ ਆਰਾਮ ਨਾਲ ਐਸ਼ੋ, ਜਿਵੇਂ ਕਿ ਕਾਫੀ ਹੁੰਦੇ ਨੇ ਮੁੰਡੇ ਪੜ੍ਹਦੇ ਹੀ ਨਹੀਂ ਨੇ ਨਾ, ਮਤਲਬ ਧਿਆਨ ਹੀ ਨਹੀਂ ਦਿੰਦੇ, ਉਹ ਵੇਸਟੇਜ ਜਿਹੜੀ ਮਨੀ ਹੋ ਜਾਂਦੀ ਹੈ ਕਾਲਜ ਸਕੂਲ ਦੇ ਵਿੱਚ, ਉਸ ਵੱਲ ਧਿਆਨ ਨਹੀਂ ਦਿੰਦੇ। ਕਿਤੇ ਨਾ ਕਿਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਸਿੱਖ ਉਹੀ ਦੇ ਦਿੰਦੇ ਨੇ। ਬਿਲਕੁਲ। ਸਾਡੇ ਸਾਬਕਾ ਰਾਸ਼ਟਰਪਤੀ ਜਿਹੜੇ ਭਾਰਤ ਦੇ ਨੇ, ਡਾਕਟਰ APJ ਅਬਦੁਲ ਕਲਾਮ ਜੀ, ਉਹਨਾਂ ਨੇ ਕਿਹਾ ਸੀਗਾ ਕਿ ਸੁਪਨੇ ਉਹ ਨਹੀਂ ਜੋ ਬੰਦ ਅੱਖਾਂ ਨਾਲ ਦੇਖੇ ਜਾਂਦੇ ਨੇ, ਸੁਪਨੇ ਉਹ ਹੁੰਦੇ ਨੇ ਜੋ ਅਸੀਂ ਅਕਸਰ ਖੁੱਲੀਆਂ ਅੱਖਾਂ ਦੇ ਨਾਲ ਦੇਖਦੇ ਹਾਂ। ਸੋ ਬਹੁਤ ਸਾਰੇ ਬੱਚੇ ਇੱਦਾਂ ਦੇ ਹੁੰਦੇ ਆ, ਮੈਂ ਸਹਿਮਤ ਹਾਂ, ਜਿਹੜੇ ਇਸ ਗੱਲ ਤੇ ਰਹਿੰਦੇ ਆ ਕਿ ਸਾਡੇ ਕੋਲ ਤਾਂ ਫੈਮਿਲੀ ਜਿਹੜੀ ਹੈ, ਪੇਮੈਂਟ ਅੱਛੀ ਹੈ, ਅਸੀਂ ਪੜ੍ਹਾਈ ਦੇ ਨਾਲ ਕੀ ਲੈਣਾ, ਸਾਨੂੰ ਪਤਾ ਅਸੀਂ ਤਾਂ ਪਰਿਵਾਰ ਦੇ ਬਿਜ਼ਨਸ ਸਾਂਭਣੇ ਨੇ। ਪਰ
ਕਹਿੰਦੇ ਨਾ ਉਹ ਬੋਲੀ ਬੜੀ ਮਕਬੂਲ ਹੋਈ ਸੀ ਨਾ, ਵਿੱਦਿਆ ਪੜ੍ਹਾ ਦੇ ਬਾਬਲਾ ਭਾਵੇਂ ਦੇਈ ਨਾ ਦਾਜ ਵਿੱਚ ਗਹਿਣੇ। ਐਜੂਕੇਸ਼ਨ ਮਸਟ ਆ ਅੱਜ ਦੀ ਤਰੀਕ ਦੇ ਵਿੱਚ, ਹੈ ਨਾ। ਸੋ ਜੇ ਤੁਹਾਡੇ ਕੋਲ ਅੱਛੀ ਐਜੂਕੇਸ਼ਨ ਆ, ਤੁਹਾਡੇ ਕੋਲ ਅੱਛੇ ਡ੍ਰੀਮਸ ਆ, ਤੁਸੀਂ ਉਸ 'ਤੇ ਮਿਹਨਤ ਕਰਦੇ ਹੋ, ਸਕਸੈਸ ਤੁਹਾਨੂੰ ਆਪਣੇ ਆਪ ਹੌਲੀ ਹੌਲੀ ਜ਼ਿੰਦਗੀ ਦੇ ਵਿੱਚ ਮਿਲਣ ਲੱਗ ਜਾਂਦਾ। ਜੇ ਸਕਸੈਸ ਨਹੀਂ ਵੀ ਮਿਲਦਾ ਪਰ ਤੁਹਾਡੇ ਕੋਲ ਐਜੂਕੇਸ਼ਨ ਹੈ, ਬਹੁਤ ਸਾਰੇ ਲੋਕ ਕਹਿੰਦੇ ਦੇਖਿਆ ਇੱਥੇ ਵੱਡੇ ਵੱਡੇ ਸੁਪਨੇ ਦੇਖ ਕੇ ਚੱਲ ਗਏ ਦੁਨੀਆ ਤੋਂ, ਕੀ ਬਣਿਆ ਉਹਨਾਂ ਦਾ, ਹੈ ਨਾ। ਪਰ ਤੁਹਾਨੂੰ ਸੁਪਨਾ ਦੇਖਣਾ ਨਾ ਮੋਟੀਵੇਟ ਕਰਦਾ ਲਾਈਫ 'ਚ। ਤੁਹਾਡਾ ਸੁਪਨਾ ਜਦੋਂ ਟੁੱਟਦਾ ਦੁੱਖ ਬਹੁਤ ਲੱਗਦਾ, ਤਾਂ ਹੀ ਕਹਿੰਦੇ ਸੁਪਨੇ ਆਪਣੇ ਦਾਇਰੇ ਦੇ ਅੰਦਰ ਰਹਿ ਕੇ ਦੇਖੋ, ਪਰ ਜੇ ਤੁਸੀਂ ਵੱਡੇ ਸੁਪਨੇ ਦੇਖਦੇ ਆ, ਆਪਣੇ ਦਾਇਰੇ ਤੋਂ ਗਾਂਹ ਵਾਲੇ ਸੁਪਨੇ ਦੇਖਦੇ ਆ, ਤਾਂ ਫਿਰ ਇਸ ਚੀਜ਼ ਨੂੰ ਵੀ ਮੰਨ ਕੇ ਚੱਲੋ ਕਿ ਇਹ ਟੁੱਟ ਵੀ ਸਕਦਾ, ਜ਼ਰੂਰੀ ਨਹੀਂ ਇਹ ਪੂਰਾ ਹੋਏਗਾ। ਆਪਣਾ ਜਿਹੜਾ ਮੈਂਟਲ ਸਿਚੁਏਸ਼ਨ ਆ, ਆਪਣੇ ਆਪ ਨੂੰ ਸਾਈਕੋਲੋਜੀਕਲੀ ਪਹਿਲਾਂ ਪ੍ਰਪੇਅਰ ਕਰਕੇ ਰੱਖੋ ਕਿ ਮੈਂ ਆਪਣੇ ਦਾਇਰੇ ਤੋਂ ਬਾਹਰ ਦਾ ਸੁਪਨਾ ਦੇਖ ਰਿਹਾ ਹਾਂ ਜਾਂ ਆਪਣੇ ਦਾਇਰੇ ਤੋਂ ਬਾਹਰ ਦਾ ਸੁਪਨਾ ਦੇਖ ਰਹੀ ਹਾਂ, ਜ਼ਰੂਰੀ ਨਹੀਂ ਹੈ ਇਹ ਪੂਰਾ ਹੋਏਗਾ, ਪਰ ਫਿਰ ਵੀ ਮੈਂ ਇਸ ਨੂੰ ਕੋਸ਼ਿਸ਼ ਕਰਾਂਗਾ ਪੂਰਾ ਕਰਨ ਦੀ। ਕੋਸ਼ਿਸ਼ ਹੈ ਜਿਹੜੀ ਉਸਨੂੰ ਇਸ ਤਰੀਕੇ ਦੇ ਨਾਲ ਜਾਰੀ ਰੱਖਾਂਗਾ, ਪਰ ਫਿਰ ਵੀ ਜੇ ਮੈਂ ਮੰਜ਼ਿਲ ਤੇ ਨਹੀਂ ਪਹੁੰਚਿਆ ਤਾਂ ਮੈਂ ਹੌਸਲਾ ਨਹੀਂ ਹਾਰਾਂਗਾ। ਮੈਨੂੰ ਕਿਸੇ ਨੇ ਐਗਜ਼ਾਮਪਲ ਦਿੱਤੀ ਸੀਗੀ, ਕਹਿੰਦੇ ਉਹਨਾਂ ਲੋਕਾਂ ਦਾ ਸੋਚ ਕੇ ਦੇਖੋ ਜਿਹੜੇ ਖੁੱਲੇ ਆਸਮਾਨ ਦੇ ਨੀਚੇ ਜ਼ਮੀਨ ਦੇ ਵਿੱਚ ਇੱਕ ਬੀਜ ਬੋਂਦੇ ਨੇ, ਔਰ ਪਤਾ ਨਹੀਂ ਉਹ ਬੀ ਉੱਗੇਗਾ ਕਿ ਨਹੀਂ। ਕਈ ਵਾਰੀ ਬੀਜ ਵੀ ਘਟੀਆ ਕੁਆਲਿਟੀ ਦੇ ਹੁੰਦੇ ਨੇ। ਜੇ ਬੀ ਉੱਗ ਜਾਂਦਾ ਹੈ, ਡਰ ਲੱਗਿਆ ਰਹਿੰਦਾ ਕਿਤੇ ਛੋਟੀ ਜਿਹੀ ਫਸਲ ਨੂੰ ਕੀੜਾ ਨਾ ਖਾ ਜਾਵੇ, ਫਿਰ ਉਸ ਕੀੜੇ ਤੋਂ ਬਚਾਅ ਕੀਤਾ ਜਾਂਦਾ ਹੈ। ਫਿਰ ਫਸਲ ਥੋੜੀ ਹੋਰ ਵੱਡੀ ਹੁੰਦੀ ਹੈ, ਫਿਰ ਉਸ ਦੀ ਰਾਖੀ ਕੀਤੀ ਜਾਂਦੀ ਹੈ, ਹੌਸਲਾ ਹੋ ਜਾਂਦਾ ਕਿ ਫਸਲ ਹੁਣ ਐਡੀ ਹੋ ਗਈ। ਫਿਰ ਡਰ ਲੱਗ ਜਾਂਦਾ, ਜਿੱਦਾਂ ਨਰਮੇ ਨੂੰ ਸੁੰਡੀ ਪੈ ਗਈ ਸੀ ਨਾ, ਕਿਤੇ ਹੁਣ ਕੋਈ ਇਹੋ ਜਿਹਾ ਕੁਝ ਨਾ ਹੋ ਜਾਏ, ਫਿਰ ਬਚਾਅ ਹੋ ਜਾਂਦਾ। ਫਿਰ ਡਰ ਲੱਗਿਆ ਰਹਿੰਦਾ ਹੈ ਕਿਤੇ ਹੁਣ ਮੀਂਹ ਹਨੇਰੀ ਨਾ ਆ ਜਾਵੇ, ਕਿਤੇ ਲੋੜ ਤੋਂ ਜ਼ਿਆਦਾ ਮੀਂਹ ਨਾ ਪੈ ਜਾਵੇ, ਕਿਤੇ ਇਦਾਂ ਨਾ ਹੋਵੇ ਐਤਕੀ ਮੀਂਹ ਨਹੀਂ ਪਿਆ। ਫਿਰ ਜੇ ਕਿਤੇ ਕੋਈ ਕੁਦਰਤੀ ਆਪਦਾ ਆ ਜਾਂਦੀ ਹੈ, ਫਿਰ ਇੰਨੇ ਟਾਈਮ ਤੋਂ ਮਿਹਨਤ ਕੀਤੀ, ਬਚਾ ਕੇ ਰੱਖੀ ਫਸਲ ਨੂੰ, ਫਿਰ ਨੁਕਸਾਨ ਹੋ ਜਾਂਦਾ ਹੈ। ਔਰ ਫਸਲ ਪੂਰੀ ਖੜ ਕੇ ਤਿਆਰ ਹੈ, ਕੱਟਣ ਵਾਲੀ ਹੋ ਗਈ, ਅਚਾਨਕ ਹੜ੍ਹ ਆ ਗਏ, ਸਾਰੀ ਦੀ ਸਾਰੀ ਫਸਲ ਬਰਬਾਦ ਚਲੇ ਜਾਂਦੀ ਹੈ। ਉਹਨਾਂ ਦੇ ਹੌਸਲੇ ਨੂੰ ਦੇਖੋ ਜਿਹੜੇ ਪੂਰੇ 6 ਮਹੀਨੇ ਪਲ ਪਲ ਇਸ ਡਰ ਚੋਂ ਗੁਜ਼ਰਦੇ ਨੇ ਕਿਤੇ ਉਹਨਾਂ ਦੀ ਫਸਲ ਨੂੰ ਨਾ ਕੁਝ ਹੋ ਜਾਵੇ। ਔਰ ਫਸਲ ਕੱਟਣ ਤੋਂ ਪਹਿਲਾਂ ਜਦੋਂ ਬਰਬਾਦ ਹੋ ਜਾਂਦੀ ਹੈ, ਉਹ ਫਿਰ ਹੌਸਲਾ ਕਰਦੇ ਨੇ ਔਰ ਫਿਰ 6 ਮਹੀਨੇ ਉਡੀਕ ਕਰਦੇ ਨੇ। ਹੌਸਲੇ ਉਹਨਾਂ ਤੋਂ ਸਿੱਖੇ ਜਾਂਦੇ ਨੇ। ਹੌਸਲਿਆਂ ਤੋਂ ਮੈਨੂੰ ਗੱਲ ਫੌਜੀਆਂ ਦੀ ਯਾਦ ਆ ਗਈ। ਫੌਜ ਦੇ ਵਿੱਚ ਜਾਣਾ ਵੀ ਇੱਕ ਬਹੁਤ ਵੱਡਾ ਹੌਸਲਾ ਹੈ ਕਿ ਪਤਾ ਨਹੀਂ ਅਸੀਂ ਕਦੀ ਵਾਪਸ ਵੀ ਆਪਣੇ ਘਰ ਪਰਤ ਪਾਵਾਂਗੇ ਕਿ ਨਹੀਂ, ਜਾਂ ਫਿਰ ਆਪਣੀ ਫੈਮਿਲੀ ਦੇ ਨਾਲ ਜ਼ਿੰਦਗੀ ਅੱਗੇ ਦੀ ਦੇਖ ਪਾਵਾਂਗੇ ਕਿ ਨਹੀਂ। ਉਸ ਦੇ ਵਿੱਚ ਜਾਣ ਲਈ ਬਹੁਤ ਸਾਰਾ ਹੌਸਲਾ ਹੈ। ਕਹਿ ਲਈਏ ਕਿ ਪੈਸੇ, ਔਰ ਮੈਨੂੰ ਨਹੀਂ ਲੱਗਦਾ ਕੋਈ ਫੌਜੀ ਇਸ ਵਾਸਤੇ, ਚਲੋ ਪੈਸੇ ਵਗੈਰਾ ਸਭ ਜ਼ਰੂਰੀ ਹੁੰਦੇ ਆ, ਬਟ ਆਪਣੇ ਦੇਸ਼ ਦੀ ਸੇਵਾ ਲਈ ਉਹਨਾਂ ਦਾ ਜਿਹੜਾ ਹੌਸਲਾ, ਕਿਵੇਂ ਉਹ ਡਟ ਕੇ ਉੱਤੇ ਖੜੇ ਰਹਿੰਦੇ ਨੇ, ਸਾਨੂੰ ਸੌਣ ਦਿੰਦੇ ਨੇ ਲੇਕਿਨ ਆਪ ਨਹੀਂ ਸੌਂਦੇ। ਮਤਲਬ ਕਿੰਨਾ ਹੌਸਲਾ, ਜਜ਼ਬਾ ਉਹਨਾਂ ਦੇ ਅੰਦਰ। ਸਾਨੂੰ ਉਹਨਾਂ ਦੇ ਵਿੱਚੋਂ ਵੀ ਕਾਫੀ ਕੁਝ ਸਿੱਖਣ ਨੂੰ ਮਿਲਦਾ ਕਿ ਜੇ ਬਾਈ ਚਾਂਸ ਤੁਸੀਂ ਨਹੀਂ ਆਪਣਾ ਸੁਪਨਾ ਪੂਰਾ ਕਰ ਪਾਉਂਦੇ ਜਾਂ ਫਿਰ ਕੁਝ ਹੋਰ ਹੋ ਜਾਂਦਾ, ਤੁਹਾਡੇ ਨਾਲ ਟ੍ਰੈਜੇਡੀ ਹੋ ਜਾਂਦੀ ਹੈ, ਤਾਂ ਉਹ 'ਚ ਹਿੰਮਤ ਨਾ ਹਾਰੋ। ਐਸੇ ਕਾਫੀ ਫੌਜੀ ਨੇ ਜਿਨ੍ਹਾਂ ਨੇ ਟ੍ਰੈਜੇਡੀ ਵਾਪਰੀ ਹੈ। ਕੋਈ ਕਿਸੇ ਦੀ ਬਾਂਹ 'ਤੇ ਕੁਛ ਹੋ ਜਾਂਦਾ ਹੈ, ਕਿਸੇ ਦੀ ਲੱਤ 'ਤੇ ਕੁਛ ਹੋ ਜਾਂਦਾ ਹੈ, ਬਟ ਮੈਂ ਦੇਖਿਆ ਬਾਅਦ ਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਕਿਸੇ ਪੋਜੀਸ਼ਨ ਦੇ ਵਿੱਚ ਕੰਮ ਕਰ ਰਹੇ ਹੁੰਦੇ ਨੇ ਹੌਸਲੇ ਦੇ ਨਾਲ, ਜਾਂ ਫਿਰ ਅੱਗੇ ਬੱਚੇ ਨੂੰ ਟ੍ਰੇਨਿੰਗ ਦੇ ਰਹੇ ਹੁੰਦੇ ਨੇ। ਉਹ ਚੀਜ਼ ਜਿਹੜੀ ਨੇ ਨਾ, ਉਹਨਾਂ ਨੂੰ ਅੱਗੇ ਵਧਣ ਨੂੰ ਮੋਟੀਵੇਟ ਕਰਦੀ ਆ। ਇਸੇ ਤਰੀਕੇ ਨਾਲ ਜ਼ਿੰਦਗੀ ਜਿਹੜੀ ਆਪਣੀ ਉਹ ਇਮਤਿਹਾਨ ਹੈ। ਸੋ ਦੁੱਖ ਸੁੱਖ ਜਿਵੇਂ ਆਉਂਦੇ ਨੇ, ਉਵੇਂ ਸੁਪਨੇ ਦਾ ਟੁੱਟਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਕਿਤੇ ਜਦੋਂ ਸੁਪਨੇ ਟੁੱਟਦੇ ਆ ਨਾ, ਤਾਂ ਆਪਾਂ ਉਹਦੇ ਵਿੱਚ ਵੀ ਕੁਝ ਨਾ ਕੁਝ ਸਿੱਖਦੇ ਹਾਂ। ਇਹ ਡਿਪੈਂਡ ਕਰਦਾ ਸਾਡੇ ਤੇ ਕਿ ਅਸੀਂ ਉਸ ਸੁਪਨੇ ਤੋਂ ਸਿੱਖ ਰਹੇ ਹਾਂ ਜਾਂ ਫਿਰ ਉਸ ਸੁਪਨੇ ਨੂੰ ਉਸੇ ਉੱਥੇ ਹੀ ਖਤਮ ਕਰਕੇ ਦਫਨਾ ਦਿੰਦੇ ਹਾਂ। ਮੈਨੂੰ ਨਾ ਤੁਹਾਡੀ ਗੱਲ ਤੋਂ ਇੱਕ ਗੱਲ ਯਾਦ ਆਈ। ਮੈਨੂੰ ਕਿਸੇ ਏਅਰ ਫੋਰਸ ਦੀ ਜਿਹੜੇ ਹੁੰਦੇ ਨਾ ਏਅਰ ਫੋਰਸ ਵਾਲੇ, ਉਹਨਾਂ ਦੀ ਵਾਈਫ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਮੈਨੂੰ ਦੱਸਦੇ ਕਿ ਜਦੋਂ ਕਾਰਗਿਲ ਦੀ ਜੰਗ ਲੱਗੀ ਹੋਈ ਸੀ ਨਾ, ਤੇ ਉਹਨਾਂ ਦੇ ਮਿਸਟਰ ਮੋਰੇ ਸਨ, ਕਹਿੰਦੇ ਤੁਸੀਂ ਖੁਦ ਡਰੇ ਹੋਏ ਹੁੰਦੇ ਹੋ, ਤੁਹਾਡਾ ਹਸਬੈਂਡ ਉੱਥੇ ਆ, ਪਰ ਤੁਸੀਂ ਮਤਲਬ ਕਿ ਇੱਕ ਸੀਨੀਅਰ ਜਿਹੜਾ ਏਅਰ ਆਫਿਸਰ ਮੋਹਰੇ ਲੱਗਾ ਹੋਇਆ ਹੈ ਨਾ। ਸਾਡੀ ਜਿਹੜੀ ਪੋਲੀਟੀਕਲ ਲਾਈਨ ਆ, ਇਹਦੇ 'ਚ ਵੱਡੇ ਅਫਸਰ ਪਿੱਠ ਪਿੱਛੇ ਰਹਿੰਦੇ ਆ, ਛੋਟੇ ਮੋਹਰੇ ਆਉਂਦੇ ਆ। ਜਿਹੜੀ ਮਿਲਟਰੀ ਦੀ ਲਾਈਨ ਹੁੰਦੀ ਹੈ, ਉਹਦੇ 'ਚ ਵੱਡਾ ਅਫਸਰ ਸਭ ਤੋਂ ਮੋਹਰੇ ਜੰਗ ਦੇ ਵਿੱਚ ਹੁੰਦਾ, ਬਾਕੀ ਸਾਰੇ ਮਗਰ ਹੁੰਦੇ ਨੇ, ਹੈ ਨਾ, ਜਿਹੜਾ ਕਰਦਾ। ਤੇ ਉਹ ਏਅਰ ਆਫਿਸਰ ਦੀ ਜਿਹੜੀ ਵਾਈਫ ਹੈ, ਏਅਰ ਫੋਰਸ ਦੇ ਆਫਿਸਰ ਦੀ, ਕਹਿੰਦੀ ਹੈ ਕਿ ਮੈਂ ਦੂਸਰੀਆਂ ਲੇਡੀਜ਼ ਨੂੰ ਵੀ ਹੌਸਲਾ ਦੇਣਾ ਸੀ,
ਅੰਦਰੋਂ ਮੈਂ ਜਿੰਨੀ ਮਰਜ਼ੀ ਡਰੀ ਹੋਈ ਸੀ ਪਰ ਮੈਂ ਉਹਨਾਂ ਨੂੰ ਨਹੀਂ ਦੱਸ ਸਕਦੀ ਸੀ। ਕਹਿੰਦੇ ਉਸ ਟਾਈਮ ਸਾਡਾ ਡ੍ਰੀਮ ਇੱਕੋ ਹੀ ਸੀ ਕਿ ਅਸੀਂ ਕਾਰਗਿਲ ਦੀ ਜੰਗ ਨੂੰ ਜਿੱਤਣਾ। ਉਹਨਾਂ ਦੇ ਕੋਲ ਡ੍ਰੀਮ ਵੀ ਸੀ, ਉਹਨਾਂ ਦੇ ਕੋਲ ਹੌਸਲਾ ਵੀ ਸੀ, ਉਹਨਾਂ ਨੇ ਬਾਕੀਆਂ ਨੂੰ ਵੀ ਰੱਖਿਆ। ਬਹੁਤ ਸਾਰੀਆਂ ਜਿਹੜੀਆਂ ਫੌਜੀਆਂ ਦੀਆਂ ਵਾਈਫਸ ਆ, ਉਹਨਾਂ ਦੇ ਜਿਹੜੇ ਹਸਬੈਂਡ ਆ ਸ਼ਹੀਦ ਹੋਏ, ਫੌਜੀ ਸਾਡੇ ਸ਼ਹੀਦ ਹੋਏ, ਪਰ ਉਹ ਕਹਿੰਦੇ ਫਿਰ ਵੀ ਅਸੀਂ ਦੱਸ ਨਹੀਂ ਸਕਦੇ ਕਿ ਅਸੀਂ ਡਰੇ ਹੋਏ ਹਾਂ। ਹਾਂ, ਸਾਡਾ ਡ੍ਰੀਮ ਹੈ ਕਿ ਅਸੀਂ ਉਸ ਜੰਗ ਨੂੰ ਜਿੱਤਣਾ ਹੀ ਜਿੱਤਣਾ। ਇੱਕ ਲੈਫਟੀਨੈਂਟ ਮੈਨੂੰ ਮਿਲੇ, ਉਹਨਾਂ ਦੀ ਕਿਸੇ ਜੰਗ ਦੇ ਦੌਰਾਨ ਬੋਡੀ ਦਾ ਬਹੁਤ ਨੁਕਸਾਨ ਹੋ ਗਿਆ, ਸ਼ਾਇਦ ਕੋਈ ਬੰਬ ਉਹਨਾਂ ਤੇ ਅਸਰ ਕਰ ਗਿਆ ਔਰ ਉਸ ਬੰਬ ਦਾ ਇੰਨਾ ਅਸਰ ਕਿ ਡਾਕਟਰਾਂ ਨੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇਹਨਾਂ ਦਾ ਸਰੀਰ ਕੰਮ ਨਹੀਂ ਕਰੇਗਾ। ਉਸ ਲੈਫਟੀਨੈਂਟ ਦੀ ਮੈਂ ਇੰਟਰਵਿਊ ਕੀਤੀ। ਉਹ ਲੈਫਟੀਨੈਂਟ ਕਹਿੰਦੇ ਨੇ ਕਿ ਮੈਂ ਇੰਨੇ ਹੌਸਲੇ ਦੇ ਨਾਲ ਆਪਣੀ ਵਿਲ ਪਾਵਰ ਨੂੰ ਇੰਨਾ ਸਟਰੋਂਗ ਕਰ ਦਿੱਤਾ ਕਿ ਅੱਜ ਮੈਂ ਆਰਾਮ ਨਾਲ ਤੁਰਿਆ ਫਿਰਦਾ। ਡਾਕਟਰਸ ਵੀ ਹੈਰਾਨ ਨੇ। ਉਹੀ ਨਾ, ਅੰਦਰ ਉਹਨਾਂ ਦਾ ਜਜ਼ਬਾ ਸੀ, ਹੌਸਲਾ ਸੀ, ਖੁਦ ਤੇ ਵਿਸ਼ਵਾਸ ਵੀ ਸੀਗਾ। ਇਹ ਖੁਦ ਤੇ ਵਿਸ਼ਵਾਸ ਹੋਣਾ ਵੀ ਬਹੁਤ ਜ਼ਰੂਰੀ ਹੈ। ਜਦੋਂ ਆਪਣੇ ਖੁਦ ਤੇ ਵਿਸ਼ਵਾਸ ਹੁੰਦਾ ਤਾਂ ਆਪਾਂ ਹਰ ਇੱਕ ਮੰਜ਼ਿਲ ਸਾਨੂੰ ਆਸਾਨ ਲੱਗਦੀ ਕਿ ਨਹੀਂ ਇੱਥੇ ਅਸੀਂ ਪਹੁੰਚ ਸਕਦੇ ਹਾਂ। ਬਟ ਜੇ ਖੁਦ ਤੇ ਵਿਸ਼ਵਾਸ ਹੀ ਨਹੀਂ ਹੈ, ਅਸੀਂ ਦੂਸਰਿਆਂ ਦੀ ਗੱਲ 'ਚ ਆ ਜਾਂਦੇ ਕਈ ਵਾਰ ਕਿ ਨਹੀਂ ਯਾਰ ਛੱਡ ਪਰੇ, ਬਹੁਤ ਔਖਾ, ਤੇਰੇ ਕੋ ਹੋਣਾ ਨਹੀਂ, ਤੂੰ ਰਹਿਣ ਦੇ, ਕੋਈ ਸੌਖਾ ਜਿਹਾ ਚੀਜ਼ ਲੱਭ ਲੈ ਜਾਂ ਫਿਰ ਕੁਝ ਹੋਰ ਕਰ ਲੈ। ਅਸੀਂ ਵੀ ਕਈ ਵਾਰ ਕਿਸੇ ਦੀ ਗੱਲ 'ਚ ਆ ਜਾਂਦੇ ਕਿ ਚੱਲ ਠੀਕ ਹੈ, ਸ਼ਾਇਦ ਸਹੀ ਕਹਿੰਦੇ ਹੋਣਗੇ, ਸਾਡੇ ਨਾਲੋਂ ਜ਼ਿਆਦਾ ਜੱਜ ਦੂਸਰੇ ਕਰਦੇ। ਕਈ ਵਾਰ ਨਾ ਆਪਾਂ ਉਹਨਾਂ ਦੀ ਗੱਲਾਂ 'ਚ ਆ ਕੇ ਡੀਮੋਟੀਵੇਟ ਹੋ ਜਾਂਦੇ ਆ ਔਰ ਸੁਪਨਾ ਆਪਣਾ ਉੱਥੇ ਹੀ ਛੱਡ ਦਿੰਦੇ ਜਾਂ ਫਿਰ ਕੁਝ ਹੋਰ ਚੂਜ਼ ਕਰ ਲੈਂਦੇ ਆ। ਸੋ ਇਦਾਂ ਨਹੀਂ ਕਰਨਾ ਚਾਹੀਦਾ। ਆਪਣੇ ਆਪ ਤੇ ਵਿਸ਼ਵਾਸ ਔਰ ਹੌਸਲਾ ਹਮੇਸ਼ਾ ਕਾਇਮ ਰੱਖਣਾ ਚਾਹੀਦਾ। ਕਾਫੀ ਸਾਰੇ ਲੋਕ ਉਹ ਵੀ ਨੇ ਜਿਨ੍ਹਾਂ ਦੀਆਂ ਦੋ ਬਾਹਾਂ ਨਹੀਂ ਲੇਕਿਨ ਪੈਰਾਂ ਨਾਲ ਪੇਂਟਿੰਗ ਬਣਾ ਰਹੇ ਆ। ਬਿਲਕੁਲ ਬਿਲਕੁਲ। ਮੈਂ ਤਾਂ ਹੈਰਾਨ ਹੋ ਗਈ ਕਿ ਯਾਰ ਰੱਬ ਨੇ ਸਾਨੂੰ ਦੋ ਹੱਥ ਦਿੱਤੇ ਆ, ਦੋ ਪੈਰ ਦਿੱਤੇ ਆ, ਅਸੀਂ ਫਿਰ ਵੀ ਇਸ ਚੀਜ਼ ਨੂੰ ਰੋਂਦੇ ਆ ਕਿ ਰੱਬ ਤੂੰ ਸਾਨੂੰ ਆ ਨਹੀਂ ਦਿੰਦਾ, ਉਹ ਨਹੀਂ ਦਿੰਦਾ। ਕਿਤੇ ਨਾ ਕਿਤੇ ਰੱਬ ਤੇ ਇਲਜ਼ਾਮ ਲਗਾ ਦਿੰਦੇ ਆ। ਸੁਪਨੇ ਟੁੱਟਣ ਦਾ ਜਿਹੜਾ ਇਲਜ਼ਾਮ ਹੈ ਨਾ ਉਹ ਵੀ ਅਸੀਂ ਰੱਬ ਤੇ ਲਗਾ ਦਿੰਦੇ ਆ ਕਿਤੇ ਨਾ ਕਿਤੇ, ਪਰ ਰੱਬ ਦਾ ਕੋਈ ਕਸੂਰ ਨਹੀਂ ਹੈ। ਕਿਤੇ ਨਾ ਕਿਤੇ ਕਰਮ ਆ ਜਾਂਦੇ, ਸਾਡੇ ਸਟਾਰਸ ਵੀ ਹੁੰਦੇ ਨੇ, ਬਟ ਸਾਡੀ ਮਿਹਨਤ ਔਰ ਸਾਡਾ ਵਿਸ਼ਵਾਸ ਸਭ ਤੋਂ ਜ਼ਿਆਦਾ ਇਹਦੇ ਵਿੱਚ ਮਦਦ ਕਰਦਾ ਹੈ। ਬਿਲਕੁਲ, ਖੁਦ ਤੇ ਵਿਸ਼ਵਾਸ ਦੀ ਤੁਸੀਂ ਗੱਲ ਕੀਤੀ ਹੈ। ਬਿਨਾਂ ਹੱਥਾਂ ਤੋਂ ਲੋਕ ਜਿਹੜੇ ਪੈਰਾਂ ਨਾਲ ਪੇਂਟਿੰਗ ਬਣਾਉਂਦੇ ਨੇ। ਮੈਂ ਦੇਖ ਰਹੀ ਸੀ ਇੱਕ ਸਿੱਖ ਬੱਚਾ ਹੈ, ਉਹ ਪੈਰਾਂ ਦੇ ਨਾਲ ਆਪਣੀ ਦਸਤਾਰ ਸਜਾ ਰਹੀ ਸੀ, ਖੂਬਸੂਰਤ ਲੱਗ ਰਹੀ ਸੀ। ਔਰ ਇਹਨਾਂ ਛੋਟੇ ਹੁੰਦੇ ਹੀ ਖੁਦ ਤੇ ਵਿਸ਼ਵਾਸ ਹੋਣਾ ਜ਼ਰੂਰੀ ਹੋ ਜਾਂਦਾ ਆ। ਦੇਖੋ ਅਸੀਂ ਪਤਾ ਕੀ ਸਿਖਾਉਂਦੇ ਆ ਬੱਚਿਆਂ ਨੂੰ, ਜੇ ਤੇਰੇ ਮੈਥ 'ਚ ਨੰਬਰ ਨਹੀਂ ਆਏ ਇਹਦਾ ਮਤਲਬ ਤੂੰ ਅੰਗਰੇਜ਼ੀ 'ਚ ਵੀ ਨਲਾਇਕ ਹੀ ਆ। ਜੇ ਤੇਰੇ ਅੰਗਰੇਜ਼ੀ 'ਚ ਨੰਬਰ ਨਹੀਂ ਆਏ ਇਹਦਾ ਮਤਲਬ ਤੂੰ ਡਰਾਇੰਗ 'ਚ ਵੀ ਨਲਾਇਕ ਹੀ ਆ। ਕਈ ਬੱਚੇ ਸਾਰੇ ਕਲਾਸਾਂ ਦੇ ਮਤਲਬ ਸਾਰੇ ਪੇਪਰਾਂ 'ਚ ਫੇਲ ਹੋਣਗੇ ਪਰ ਉਹਦੇ ਡਰਾਇੰਗ 'ਚ ਇੰਨੇ ਜ਼ਿਆਦਾ ਨੰਬਰ ਆ ਜਾਂਦੇ ਹਨ। ਅਸੀਂ ਬੱਚੇ ਨੂੰ ਇੱਥੇ ਮਤਲਬ ਨੋ ਡਾਊਟ ਬੱਚੇ ਦਾ ਸਾਰੇ ਪੇਪਰਾਂ 'ਚ ਪਾਸ ਹੋਣਾ ਜ਼ਰੂਰੀ ਹੈ, ਤਾਂ ਹੀ ਉਹ ਸਾਰੀਆਂ ਕਲਾਸਾਂ ਪੂਰੀਆਂ ਕਰੂਗਾ। ਪੜ੍ਹਨਾ ਬਹੁਤ ਜ਼ਰੂਰੀ ਆ ਬੱਚੇ ਦਾ। ਪਰ ਜੇ ਬੱਚਾ ਅੰਗਰੇਜ਼ੀ ਦੇ ਵਿੱਚ ਬਹੁਤ ਔਖਾ ਪਾਸ ਹੋਇਆ, ਉਹ ਡਰਾਇੰਗ 'ਚ ਬਹੁਤ ਬੱਚਾ ਕੰਮ ਕਰ ਰਿਹਾ ਆ, ਤੇ ਉਹਨੂੰ ਆਪਣਾ ਸੁਪਨਾ ਡਰਾਇੰਗ ਬਣਾ ਲੈਣੀ ਚਾਹੀਦੀ ਆ, ਹਨਾ। ਅਸੀਂ ਜਿਹੜੇ ਇੰਡੀਅਨਸ ਆ ਨਾ, ਅਸੀਂ ਨਾ ਬੱਚਿਆਂ ਤੇ ਆਪਣੇ ਸੁਪਨਿਆਂ ਨੂੰ ਥੋਪਦੇ ਆ। ਗੋਰੇ ਸਾਡੇ ਨਾਲੋਂ ਜ਼ਿਆਦਾ ਕਾਮਯਾਬ ਕਿਉਂ ਹੋ ਜਾਂਦੇ ਆ ਆਪਣੀ ਜ਼ਿੰਦਗੀ ਦੇ ਵਿੱਚ, ਜਾਂ ਸਾਡੇ ਜਿਹੜੇ ਬੱਚੇ ਆ ਪੜ੍ਹੇ ਲਿਖੇ ਉਧਰ ਬਾਹਰਲੇ ਦੇਸ਼ਾਂ 'ਚ ਜਾ ਕੇ ਇੰਨੇ ਜ਼ਿਆਦਾ ਕਾਮਯਾਬ ਕਿਉਂ ਹੋ ਜਾਂਦੇ ਆ? ਕਿਉਂਕਿ ਨਾ ਬੱਚਿਆਂ ਨੂੰ ਬੜੇ ਸੌਫਟਲੀ ਟਰੀਟ ਕਰਦੇ ਆ ਸਕੂਲਾਂ ਕਾਲਜਾਂ ਦੇ ਵਿੱਚ। ਜਿੱਧਰ ਬੱਚੇ ਦਾ ਮਾਈਂਡ ਡਿਵੈਲਪ ਹੁੰਦਾ ਉਧਰ ਉਹਨੂੰ ਲਾਈ ਜਾਂਦੇ ਆ, ਉਹ ਆਪਣੇ ਹਿਸਾਬ ਨਾਲ ਉਧਰਲੇ ਕੰਮ 'ਚ। ਮੈਨੂੰ ਯਾਦ ਆ ਸਾਡੇ ਕਿਸੇ ਜਾਣਕਾਰੀ ਦੇ ਵਿੱਚ ਕਿਸੇ ਦਾ ਬੱਚਾ ਸੀਗਾ, ਜਦੋਂ ਉਹ ਇੰਡੀਆ ਸੀ ਨਾ, ਉਹ ਰੋ ਰੋ ਕੇ ਸਕੂਲ ਜਾਂਦਾ ਹੁੰਦਾ ਸੀ, ਉਹਨੂੰ ਕੁੱਟ-ਕੁੱਟ ਕੇ ਸਕੂਲ ਭੇਜਣਾ। ਜਦੋਂ ਬਾਹਰ ਚਲ ਗਿਆ ਉੱਠ ਕੇ ਆਪ ਹੀ ਕਹਿਣ ਲੱਗ ਪਿਆ ਮੈਨੂੰ ਸਕੂਲ ਭੇਜ ਦੋਗੇ, ਮੈਂ ਸਕੂਲ ਚਲ ਜਾਵਾਂ, ਹਨਾ। ਸੋ ਸਾਡਾ ਬੱਚਿਆਂ ਨੂੰ ਟਰੀਟ ਕਰਨ ਦਾ ਤਰੀਕਾ, ਅਸੀਂ ਬੱਚਿਆਂ ਤੇ ਆਪਣੇ ਸੁਪਨੇ ਥੋਪਣ ਲੱਗਦੇ ਹਾਂ। ਖਾਸ ਤੌਰ ਤੇ ਕੁੜੀਆਂ ਨੂੰ ਸੁਪਨੇ ਦੇਖਣ ਦਾ ਹੱਕ ਨਹੀਂ ਹੈਗਾ ਸਾਡੀਆਂ ਇੰਡੀਅਨ ਫੈਮਲੀਜ਼ ਦੇ ਵਿੱਚ। ਬਹੁਤ ਸਾਰੇ ਮੈਂ ਸੋਸ਼ਲ ਮੀਡੀਆ ਤੇ ਕਮੈਂਟ ਦੇਖਦੀ ਹਾਂ, ਜੇ ਕੋਈ ਕੁੜੀ ਨੇ ਕੁਝ ਗਲਤ ਕਰ ਦਿੱਤਾ, ਆ ਇਹਨਾਂ ਦੀ ਆਜ਼ਾਦੀ ਆ, ਫਿਰ ਇਹਨਾਂ ਨੇ ਕਹਿਣਾ ਸਾਨੂੰ ਹੱਕ ਨਹੀਂ ਮਿਲਦੇ। ਪਰ ਸੱਚਾਈ ਦੂਜੇ ਪਾਸੇ ਆ ਕਿ 100 ਦੇ ਵਿੱਚੋਂ ਅੱਜ ਵੀ ਨਾ 20% ਕੁੜੀਆਂ ਆ ਜਿਹੜੀਆਂ ਆਪਣੀ ਮਰਜ਼ੀ ਦੇ ਨਾਲ ਆਪਣਾ ਡ੍ਰੀਮ ਚੂਜ਼ ਕਰਦੀਆਂ ਆ। 80% 70% ਲੜਕੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਡ੍ਰੀਮ ਥੋਪੇ ਜਾਂਦੇ ਆ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਡ੍ਰੀਮ ਆਪਣਾ ਸ਼ੁਰੂ ਹੀ ਨਹੀਂ ਕਰ ਸਕਦੀਆਂ। ਜਿੱਥੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਕਿ ਉਹਨਾਂ ਦੇ ਵਿਆਹ ਦੀ ਗੱਲ ਸਭ ਤੋਂ ਪਹਿਲਾਂ ਮੋਰੇ ਆ ਜਾਂਦੀ ਆ, ਔਰ ਵਿਆਹ ਦੇ ਲਈ ਲਾਈਫ ਪਾਰਟਨਰ ਚੂਜ਼ ਕਰਨਾ ਆਪਣੀ ਜ਼ਿੰਦਗੀ ਦਾ ਸਾਡੀ ਇੰਡੀਅਨ ਫੈਮਲੀਜ਼ ਦੇ ਵਿੱਚ ਹਾਲਾਂਕਿ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ। ਅੱਜ ਦੀ ਤਰੀਕ 'ਚ ਵੀ ਬਹੁਤ ਘੱਟ ਫੈਮਲੀਜ਼ ਨੇ ਜਿਹੜੀਆਂ ਇਸ ਗੱਲ ਨੂੰ ਸਵੀਕਾਰ ਕਰਦੀਆਂ। ਪੜ੍ਹੇ ਲਿਖੇ ਮਾਂ-ਬਾਪ ਨੇ। ਇੰਡੀਆ ਦਾ ਜਿਹੜਾ ਨਾਰਥ ਈਸਟ ਹਿੱਸਾ ਆ ਅਸਮ ਵੱਲ ਦਾ ਨਾ, ਜਦੋਂ ਆਪਾਂ ਉੱਧਰ ਜਾਂਦੇ ਹਾਂ, ਅਸਾਮ ਦੇ ਵਿੱਚ ਅੱਜ ਵੀ ਕੁੜੀਆਂ ਨੂੰ ਪਹਿਲਾਂ ਪੁੱਛਿਆ ਜਾਂਦਾ ਕਿ ਉਹ ਕੋਈ ਲਾਈਫ ਪਾਰਟਨਰ ਚੂਜ਼ ਕਰਨਾ ਚਾਹੁੰਦੀਆਂ ਆਪਣੀ ਜ਼ਿੰਦਗੀ 'ਚ। ਉੱਥੇ ਮੁੰਡੇ ਨੂੰ ਪੁੱਛਿਆ ਨਾ ਜਾਵੇ, ਅਸਾਮ ਦੇ ਵਿੱਚ ਕੁੜੀ ਨੂੰ ਪਹਿਲਾਂ ਪੁੱਛਿਆ ਜਾਂਦਾ ਕਿ ਤੁਸੀਂ ਆਪਣਾ ਲਾਈਫ ਪਾਰਟਨਰ ਚੂਜ਼ ਕਰਨਾ ਚਾਹੁੰਦੇ ਹੋ। ਦੂਸਰੇ ਪਾਸੇ ਕਈ ਸਾਰੇ ਇਲਾਕੇ ਇੰਡੀਆ 'ਚ ਇੱਦਾਂ ਦੇ ਨੇ ਜਦੋਂ ਅੱਜ ਵੀ ਕੁੜੀਆਂ ਆਪਣੇ ਮੰਥਲੀ ਸਾਈਕਲ 'ਚੋਂ ਗੁਜ਼ਰਦੀਆਂ ਨੇ, ਹਨਾ। ਉਹਨਾਂ ਨੂੰ ਘਰ ਵੜਨ ਦੀ ਆਗਿਆ ਨਹੀਂ ਹੁੰਦੀ। ਮੈਂ ਇੱਕ ਡਾਕੂਮੈਂਟਰੀ ਦੇਖ ਰਹੀ ਸੀ, ਹੁਣ ਮੈਨੂੰ ਭੁੱਲ ਗਿਆ ਕਿ ਉਹ ਡਾਕੂਮੈਂਟਰੀ ਕਿਸ ਚੈਨਲ ਨੇ ਬਣਾਈ ਸੀ। ਕਿ ਉਹਦੇ ਵਿੱਚ ਕੀ ਸੀਗਾ, ਉਹ ਕੁੜੀਆਂ ਨੂੰ
ਕੀ ਕਰਦੇ ਨੇ ਜਿੱਥੇ ਪਸ਼ੂ ਰੱਖੇ ਜਾਂਦੇ ਨੇ, ਤਬੇਲਾ, ਤਬੇਲੇ ਦੇ ਵਿੱਚ ਉਹ ਕੁੜੀਆਂ ਹਫਤਾ ਆਪਣੀ ਜ਼ਿੰਦਗੀ ਗੁਜ਼ਾਰਦੀਆਂ ਨੇ। ਮਤਲਬ ਮਹੀਨੇ ਦੇ 6 ਦਿਨ ਉਹ ਕੁੜੀਆਂ ਉਸ ਤਬੇਲੇ 'ਚ ਸੌਂਦੀਆਂ ਨੇ, ਜਿੱਥੇ ਜਿਹੜੇ ਦੇਸ਼ ਦੇ ਵਿੱਚ ਹੱਲੇ ਵੀ ਬਹੁਤ ਸਾਰੀਆਂ ਕੰਟਰੀਜ਼ 'ਚ ਜਿਹੜੀਆਂ ਹੈਗੀਆਂ ਚੀਜ਼ਾਂ ਹੁੰਦੀਆਂ ਹੋਣਗੀਆਂ ਨਾ, ਜਿੱਥੇ ਅੱਜ ਵੀ ਕੁੜੀਆਂ ਨੂੰ ਆਪਣੇ ਮੰਥਲੀ ਸਾਈਕਲ 'ਚ ਆਪਣੇ ਘਰੇ ਪੈਰ ਰੱਖਣ ਦੀ ਆਗਿਆ ਨਹੀਂ ਹੈਗੀ। ਤੇ ਉਹ ਕੁੜੀਆਂ ਨੂੰ ਸੁਪਨੇ ਕਿੱਥੋਂ ਦੇਖ ਲੈਣ ਦੇਣਗੇ, ਹਨਾ। ਅਚਾਰ ਨੂੰ ਹੱਥ ਨਹੀਂ ਲਾਉਣਾ, ਤੁਸੀਂ ਆਹ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ। ਇਹਨਾਂ ਚੀਜ਼ਾਂ 'ਚੋਂ ਜੇ ਕਿਤੇ ਅਸੀਂ ਸੋਚਦੇ ਹਾਂ ਹੁਣ ਕੌਣ ਇਹ ਚੀਜ਼ਾਂ ਕਰਦਾ, ਹੁਣ ਕਿਵੇਂ ਇੱਦਾਂ ਕਰਦਾ, ਨਹੀਂ, ਇੱਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿੱਥੇ ਕੁੜੀਆਂ ਹਫਤਾ ਪਸ਼ੂਆਂ ਵਾਲੇ ਕਮਰੇ 'ਚ ਆਪਣੀ ਜ਼ਿੰਦਗੀ ਗੁਜ਼ਾਰਦੀਆਂ। ਉਹਨਾਂ ਦੀ ਪਲੇਟ, ਕੋਲੀ ਜਾਂ ਫਿਰ ਗਿਲਾਸ ਸਭ ਕੁਝ ਅਲੱਗ ਹੁੰਦਾ ਨਾ, ਉਹਨਾਂ ਦੇ ਬਿਲਕੁਲ। ਦਿੱਤਾ ਜਾਂਦਾ। ਮੈਂ ਵੀ ਕਿਤੇ ਸੁਣਿਆ ਸੀ, ਮੇਰੇ ਨੌਨ ਦੇ ਸੀ ਕੋਈ, ਉਹ ਦੂਸਰੀ ਸਟੇਟ ਤੋਂ ਸੀ। ਅੱਛਾ ਜੀ। ਉਹ ਜਦੋਂ ਪੰਜਾਬ ਆਏ ਨਾ, ਕਹਿੰਦੇ ਕਿ ਸਾਨੂੰ ਇੱਥੇ ਦਾ ਸਹੀ ਹੈ। ਮੈਂ ਕਿਹਾ ਕਿਉਂ ਇਦਾਂ? ਕਹਿੰਦੇ ਉੱਥੇ ਤਾਂ ਹੁੰਦਾ ਤੇ ਸਾਨੂੰ ਤਾਂ ਵੱਖ ਕਮਰੇ 'ਚ ਬਹਿਣਾ ਪੈਂਦਾ। ਮੈਂ ਕਿਹਾ, ਮੈਂ ਉਹਨਾਂ ਨੂੰ ਸਾਰਾ ਪੁੱਛਿਆ, ਮੈਂ ਕਿਹਾ ਕਿਤੇ ਨਾ ਕਿਤੇ ਸ਼ੁਕਰ ਮਨਾਉਂਦੇ ਆ ਕਿ ਅਸੀਂ ਇੱਥੇ ਹਾਂ। ਸਾਡੀ ਪੇਰੈਂਟਸ ਦੀ ਸੋਚ ਇੱਥੋਂ ਤੱਕ ਤਾਂ ਨਹੀਂ ਹੈਗੀ ਕਿ ਸਾਨੂੰ ਇਸ ਸਾਈਕਲ ਦੇ ਦੌਰਾਨ ਸਾਨੂੰ ਬਾਹਰ ਕੱਢ ਦੇਣ ਜਾਂ ਅਲੱਗ ਸੌਣ ਨੂੰ ਕਹਿਣ, ਮਜਬੂਰ ਕਰਨ। ਕਿਤੇ ਨਾ ਕਿਤੇ ਆਪਾਂ ਉਹਨਾਂ ਦੇ ਨਾਲ ਵਿੱਚ ਬੈਠਦੇ ਆ, ਰੋਟੀ ਖਾਂਦੇ ਆ, ਸਾਨੂੰ ਫੀਲ ਤਾਂ ਨਹੀਂ ਹੁੰਦਾ। ਉਹ ਵੀ ਕੁੜੀਆਂ ਨੇ ਜੋ ਅੱਜ ਵੀ ਇਸ ਦੌਰ ਦੇ ਵਿੱਚੋਂ ਗੁਜ਼ਰ ਰਹੀਆਂ ਨੇ। ਔਰ ਹੈਰਾਨਗੀ ਵੀ ਹੁੰਦੀ, ਦੁੱਖ ਵੀ ਲੱਗਦਾ। ਪਰ ਆਪਾਂ ਸੋਚਦੇ ਆ ਕਿ ਲੋਕ ਹਲੇ ਤੱਕ ਆ ਸੋਚ ਕਿਉਂ ਸੋਚ ਰਹੇ, ਜਦ ਕਿ ਦੁਨੀਆ ਇੰਨੀ ਅੱਗੇ ਵੱਧ ਚੁੱਕੀ ਆ। ਅੱਜ ਕੁੜੀਆਂ ਕਿਤਨੀਆਂ ਮੁਕਾਮ ਤੱਕ ਪਹੁੰਚ ਗਈਆਂ, ਫਿਰ ਵੀ ਕਿਤੇ ਨਾ ਕਿਤੇ ਸੋਚ ਜਿਹੜੀ ਬਦਲ ਨਹੀਂ ਰਹੀ ਨਾ। ਦੂਸਰੀ ਗੱਲ, ਆਪਾਂ ਸੁਪਨਿਆਂ ਦੀ ਗੱਲ ਕਰਦੇ ਨਾ, ਮੈਂ ਇੱਥੇ ਮੁੰਡਿਆਂ ਦੀ ਵੀ ਗੱਲ ਕਰਨਾ ਚਾਹੂੰਗੀ ਕਿ ਨਾ ਮੁੰਡਿਆਂ ਦੇ ਸੁਪਨੇ ਵੀ ਬੜੀ ਜਲਦੀ ਮਰ ਜਾਂਦੇ ਆ, ਕਿਉਂਕਿ ਕਹਿੰਦੇ ਨਾ ਕਿ ਔਰਤ ਨਾ ਕਮਾਵੇ, ਪਤੀ ਦੇ ਆਸਰੇ ਉਹਦੀ ਜ਼ਿੰਦਗੀ ਨਿਕਲ ਜਾਂਦੀ। ਹਾਲਾਂਕਿ ਮੈਂ ਇਸ ਗੱਲ ਨੂੰ ਚਲੋ ਕਿਤੇ ਨਾ ਕਿਤੇ ਸਹਿਮਤ ਵੀ ਹਾਂ, ਪਰ ਨਕਾਰਦੀ ਵੀ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਰੀ ਉਮਰ ਕਿਸੇ ਕੋਲ ਪੈਸੇ ਲੈਣ ਦੇ ਲਈ ਮਿੰਨਤਾਂ ਕਰਨੀਆਂ, ਹਨਾ। ਔਰਤ ਤਾਂ ਹੀ ਸ਼ਾਇਦ ਪੈਸਿਆਂ ਲਈ ਭੁੱਖੀ ਬਣ ਗਈ, ਗਾਉਣ ਵਾਲਿਆਂ ਲਈ, ਕਿਉਂਕਿ ਉਹ ਖੁਦ ਕਮਾ ਨਹੀਂ ਸਕਦੀ ਤੇ ਉਹ ਪੈਸੇ ਮੰਗਣ ਦੇ ਲਈ ਕਿਸੇ ਤੇ ਡਿਪੈਂਡੈਂਟ ਹੈਗੀ ਆ, ਹਨਾ। ਤੇ ਦੂਸਰੇ ਪਾਸੇ ਨਾ ਜਿਹੜੇ ਮੁੰਡੇ ਆ, ਇਹਨਾਂ ਦੇ ਸੁਪਨੇ ਜਦੋਂ ਕੋਈ ਦੇਖਦੇ ਨੇ, ਹਾਲਾਂਕਿ ਜੇ ਮੁੰਡਾ ਸਿੰਗਰ ਬਣਨਾ ਚਾਹੁੰਦਾ, ਕਦੇ ਨਹੀਂ ਘਰਦੇ ਕਹਿਣਗੇ ਤੂੰ ਸਿੰਗਰ ਨਾ ਬਣ, ਹਨਾ, ਕੋਈ ਨਹੀਂ ਤੂੰ ਬਣ ਜਾ, ਹਨਾ, ਕਰ ਲਾ, ਕਿਉਂਕਿ ਤੂੰ ਤਾਂ ਮੁੰਡਾ ਆ, ਤੂੰ ਕਿੱਥੇ ਮਰਜੀ ਜਿੰਨੇ ਵਜੇ ਮਰਜੀ ਟਰੈਵਲ ਕਰ, ਜਦੋਂ ਮਰਜੀ ਆ। ਪਰ ਦੂਜੇ ਪਾਸੇ ਮੁੰਡਿਆਂ ਤੇ ਇਹ ਹੋ ਜਾਂਦਾ ਕਿ ਕੱਲ ਨੂੰ ਕਿਸੇ ਦੀ ਕੁੜੀ ਵੀ ਵਿਆਹ ਕੇ ਲਿਆਉਣੀ ਆ, ਜੇ ਤੂੰ ਆਹ ਕੰਮ ਕਰੂੰਗਾ ਉਹਨਾਂ ਨੂੰ ਖਿਲਾਊਂਗਾ ਕੀ। ਦੂਸਰਾ ਮੁੰਡਿਆਂ ਤੇ ਇਹ ਬੜਾ ਪ੍ਰੈਸ਼ਰ ਹੁੰਦਾ ਆ ਕਿ ਨਹੀਂ, ਤੂੰ ਆਪਣਾ ਸੁਪਨਾ ਨਹੀਂ ਦੇਖ ਨਹੀਂ ਸਕਦਾ, ਤੈਨੂੰ ਹੱਕ ਨਹੀਂ ਹੈਗਾ, ਕਿਉਂਕਿ ਸਾਡਾ ਫੈਮਿਲੀ ਦਾ ਬਿਜ਼ਨਸ ਆ, ਤੂੰ ਇਹਨੂੰ ਹੀ ਰਨ ਕਰਨਾ, ਤੂੰ ਇਹਨੂੰ ਹੀ ਚਲਾਏਂਗਾ। ਤੇਰੇ ਪੇ ਨੇ ਇੰਨੀ ਮਿਹਨਤ ਦੇ ਨਾਲ ਦੁਕਾਨ ਖੜੀ ਕੀਤੀ ਸੀ, ਤਾਂ ਖੜੀ ਕੀਤੀ ਸੀਗੀ, ਤੂੰ ਕੱਲ ਨੂੰ ਕਵੇਂ ਮੈਂ ਆਹ ਕਰਨਾ ਆ। ਸੋ ਚੈਲੰਜ ਸੁਪਨੇ ਪੂਰੇ ਕਰਨ ਦੇ ਲਈ ਕੁੜੀਆਂ ਨੂੰ ਵੀ ਆਉਂਦਾ, ਮੁੰਡਿਆਂ ਨੂੰ ਵੀ ਆਉਂਦਾ, ਦੋਨੋਂ ਵੱਖਰੇ ਤਰੀਕੇ ਦਾ ਹੋ ਜਾਂਦਾ। ਮੁੰਡਿਆਂ ਨੂੰ ਵੀ ਏਜ ਦਾ ਪ੍ਰੋਬਲਮ ਦੇਖੋ, ਅਗਰ ਮੁੰਡਾ 28 29 ਤੱਕ ਸੈੱਟ ਨਹੀਂ ਹੋ ਪਾਇਆ, ਹਾਂ ਬਿਲਕੁਲ, ਵਿਆਹ ਕਿੱਦਾਂ ਹੋਏਗਾ, ਤੂੰ ਹਲੇ ਤੱਕ ਸੈੱਟ ਨਹੀਂ ਹੋ ਪਾਇਆ। ਉਹ ਮੁੰਡਾ ਕਿਤੇ ਨਾ ਕਿਤੇ ਅਸੀਂ ਇਹੋ ਜਿਹੀ ਗੱਲਾਂ ਕਰਕੇ ਉਸ ਨੂੰ ਡਿਪਰੈਸ਼ਨ ਜਾਂ ਸਟ੍ਰੈਸ ਪਾ ਦਿੰਦੇ, ਪ੍ਰੈਸ਼ਰ ਪਾਉਨੇ ਅਸੀਂ ਮੁੰਡਿਆਂ ਤੇ। ਕਿਉਂਕਿ ਹਰ ਕਿਸੇ ਦੀ ਕਾਬਿਲੀਅਤ ਹੁੰਦੀ ਹੈ ਕਿ ਬੰਦਾ ਅਲੱਗ-ਅਲੱਗ ਲੈਵਲ ਤੇ ਆ ਕੇ ਸੈੱਟ ਹੋ ਜਾਂਦਾ ਹੈ। ਕੁਝ ਬਹੁਤ ਜ਼ਿਆਦਾ ਤੇਜ਼ ਹੁੰਦੇ ਨੇ ਜੋ ਆਪਣੇ ਆਪ ਨੂੰ ਫਟਾਫਟ ਕਰਕੇ ਸਾਲ 2 ਸਾਲ ਸੈੱਟ ਕਰ ਲੈਂਦੇ, ਮਤਲਬ ਦਿਮਾਗ ਦੀ ਟੈਕਨੀਕ ਹੁੰਦੀ ਹੈ, ਜਾਂ ਫਿਰ ਕਈਆਂ ਦਾ ਇੰਟਰਸਟ ਇਹੋ ਜਿਹਾ ਹੁੰਦਾ ਕਿ ਆਪਣੇ ਆਪ ਨੂੰ ਉਸ ਚੀਜ਼ 'ਚ ਮੋਟੀਵੇਟ ਕਰਕੇ ਆਪਣੇ ਸੁਪਨੇ ਨੂੰ ਪੂਰੇ ਕਰਨ ਦੇ ਲੱਗ ਜਾਂਦੇ। ਬਟ ਕਈ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਟਾਈਮ ਲੱਗ ਜਾਂਦਾ ਹੈ, ਸੋਚਦੇ ਉਹ ਵੀ ਬਹੁਤ ਕੁਝ ਨੇ, ਬਟ ਕਿਤੇ ਨਾ ਕਿਤੇ ਉਹਨਾਂ ਨੂੰ ਸਟੇਬਲ ਹੋਣ ਨੂੰ ਟਾਈਮ ਲੱਗ ਜਾਂਦਾ ਹੈ। ਬਟ ਕਿਤੇ ਪਿੱਛੇ ਫੈਮਿਲੀ ਦੇ ਪ੍ਰੈਸ਼ਰ ਕਰਕੇ ਕਹਿ ਲਈਏ, ਸਟ੍ਰੈਸ ਕਰਕੇ ਕਹਿ ਲਈਏ, ਉਹ ਕਈ ਨਾ ਵਾਰ ਮੁੰਡੇ ਆਪਣੇ ਸੁਪਨਿਆਂ ਨੂੰ ਮਾਰ ਕੇ ਨਾ ਫਿਰ ਉਹ ਚੀਜ਼ ਵੱਲ ਚਲੇ ਜਾਂਦੇ ਨੇ ਜਿਸ 'ਚ ਜਲਦੀ ਸਾਰਾ ਕੁਝ ਠੀਕ ਹੋ ਜਾਏ, ਮਜਬੂਰੀ ਦੇ ਵਿੱਚ। ਅਡਵਾਈਸ ਜਦੋਂ ਉਹਨਾਂ ਦੀ ਆਫਟਰ ਮੈਰਿਜ ਵੀ ਉਹਨਾਂ ਨੂੰ ਪੁੱਛਿਆ ਜਾਂਦਾ ਨਾ, ਮੈਂ ਕਾਫੀ ਇੱਧਰ ਮੁੰਡੇ ਦੇਖੇ ਆ ਆਪਣੀ ਵਾਈਫ ਨੂੰ ਦੱਸਦੇ ਆ, ਯਾਰ ਮੇਰਾ ਆਹ ਸ਼ੌਂਕ ਸੀ, ਮੇਰਾ ਆਹ ਸੀ, ਮੈਂ ਆਹ ਕਰਨਾ ਚਾਹੁੰਦਾ ਸੀ, ਫਿਰ ਉਹ ਮਤਲਬ ਘਰ ਹੀ ਆਪਣੀ ਉਹੀ ਨਾ, ਮਤਲਬ ਕਿ ਸਾਡੀ ਕੁੜੀਆਂ ਵੀ ਵਿਚਾਰੀਆਂ ਵਿਆਹ ਤੋਂ ਬਾਅਦ ਰੋਂਦੀਆਂ ਰਹਿੰਦੀਆਂ। ਪਹਿਲਾਂ ਘਰ ਦੇ ਕਹਿੰਦੇ ਤੇਰੇ ਸੁਪਨੇ ਸਹੁਰੇ ਜਾ ਕੇ ਪੂਰੇ ਹੋ ਜਾਣਗੇ, ਫਿਰ ਸਹੁਰੇ ਕਹਿਣ ਲੱਗ ਪੈਂਦੇ ਪੇਕਿਆਂ ਤੋਂ ਕੀ ਕਰਦੀ ਸੀ। ਮੁੰਡਿਆਂ ਦਾ ਵੀ ਇਹੀ ਰੋਣਾ ਵਿਆਹ ਤੋਂ ਪਹਿਲਾਂ, ਵਿਆਹ ਤੋਂ ਬਾਅਦ, ਹਨਾ। ਅਸੀਂ ਵਿਆਹ ਨੂੰ ਇੱਕ ਧੂਰਾ ਹੀ ਬਣਾ ਲਿਆ ਕਿ ਜਿੱਦਾਂ ਜ਼ਿੰਦਗੀ ਉਹਦੇ ਆਲੇ ਦੁਆਲੇ ਘੁੰਮਦੀ ਆ, ਹੋਰ ਕੋਈ ਜ਼ਿੰਦਗੀ ਨਹੀਂ ਹੈਗੀ। ਸ਼ੌਕ ਅਸੀਂ ਆਪਣੇ ਮਾਰ ਦਿੰਦੇ ਆ ਅਕਸਰ, ਹਨਾ। ਸਮੇਂ ਦੇ ਹਿਸਾਬ ਦੇ ਨਾਲ, ਸਮੇਂ ਤੋਂ ਮੈਨੂੰ ਯਾਦ ਆਇਆ ਕਿ ਆਪਣੇ ਪ੍ਰੋਗਰਾਮ ਦਾ ਟਾਈਮ ਵੀ ਹੁਣ ਖਤਮ ਹੋ ਰਿਹਾ, ਆਪਾਂ ਆਗਿਆ ਲੈ ਲਈਏ ਦਰਸ਼ਕਾਂ ਤੋਂ। ਸਮਾਂ ਇੱਥੇ ਖਤਮ ਹੋ ਰਿਹਾ, ਹੁਣ ਤੁਹਾਡੇ ਕੋਲ ਅਸੀਂ ਆਗਿਆ ਲੈਂਦੇ ਹਾਂ। ਬਹੁਤ ਬਹੁਤ ਸ਼ੁਕਰੀਆ।